ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਦੇ ਵਿੱਚ। ਤੇ ਅੱਜ ਆਪਾਂ ਖਾਸ ਤੌਰ ਤੇ ਗੱਲ ਕਰਾਂਗੇ ਉਹਨਾਂ ਸਟੂਡੈਂਟਸ ਦੀ ਜਿਨ੍ਹਾਂ ਨੇ ਪੀਟੀ ਕੀਤੀ ਹੈ, ਕੈਨੇਡਾ ਦਾ ਸਟੱਡੀ ਵੀਜ਼ਾ ਚਾਹੁੰਦੇ ਨੇ। ਤੇ ਅੱਜ ਕੱਲ ਜੋ ਮਾਰਕੀਟ ਵਿੱਚ ਛਾਇਆ ਹੋਇਆ ਹੈ ਕਿ ਪੀਟੀ ਦੇ ਨਾਲ ਜੀ ਕੈਨੇਡਾ ਦਾ ਸਟੱਡੀ ਵੀਜ਼ਾ ਆ ਨਹੀਂ ਸਕਦਾ। ਸੋ ਅੱਜ ਇੱਕ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਇੱਕ ਪ੍ਰੋਫਾਈਲ ਡਿਸਕਸ ਕਰਾਂਗੇ ਜਿਸ ਦਾ ਸੈਪਟੰਬਰ ਇਨਟੇਕ ਦਾ ਵੀਜ਼ਾ ਆਇਆ ਹੈ। ਤੇ ਨਾਲ ਦੀ ਨਾਲ ਆਪਾਂ ਆਸਟ੍ਰੇਲੀਆ ਦੀ ਵੀ ਗੱਲ ਕਰਾਂਗੇ। ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਨੇ ਕਿ ਆਸਟ੍ਰੇਲੀਆ ਨੇ ਜੋ ਹੈ ਪੰਜਾਬ ਤੇ ਹਰਿਆਣਾ ਦੇ ਸਟੂਡੈਂਟਸ ਨੂੰ ਬੈਨ ਕਰ ਦਿੱਤਾ ਹੈ, ਕੀ ਕਾਰਨ ਨੇ ਤੇ ਕਿਹਨਾਂ ਨੂੰ ਬੈਨ ਕੀਤਾ ਗਿਆ, ਉਸਦੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਅੱਜ ਸ਼ੋਅ ਦੇ ਵਿੱਚ ਡਿਸਕਸ਼ਨ ਦੇ ਲਈ ਸਾਡੇ ਨਾਲ ਮੌਜੂਦ ਨੇ ਜੀ ਓਮ ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰਿੱਕੀ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਤੇ ਟੀਮ ਓਮ ਗਲੋਬਲ ਵੱਲੋਂ ਸਾਰੇ ਵਿਊਅਰਸ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ। ਸੋ ਮੈਂ ਜ਼ਰੂਰ ਜਾਣਨਾ ਚਾਹੂੰਗੀ ਉਸ ਪ੍ਰੋਫਾਈਲ ਬਾਰੇ। ਪੀਟੀ ਦੇ ਨਾਲ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਕੇ ਆਏ ਹੋ ਸੈਪਟੰਬਰ ਇਨਟੇਕ ਦਾ, ਜਿੱਥੇ ਮਾਰਕੀਟ ਵਿੱਚ ਸਾਰੇ ਪਾਸੇ ਸਾਰੇ ਕੰਸਲਟੈਂਟਸ ਇਹੀ ਸਲਾਹ ਦੇ ਰਹੇ ਨੇ ਸਟੂਡੈਂਟਸ ਨੂੰ ਕਿ ਪੀਟੀ ਦੇ ਨਾਲ ਕੈਨੇਡਾ ਅਪਲਾਈ ਨਹੀਂ ਕੀਤਾ ਜਾ ਸਕਦਾ। ਤਾਂ ਤੁਸੀਂ ਕਿਵੇਂ ਇਸ ਪ੍ਰੋਫਾਈਲ ਦੇ ਉੱਪਰ ਕੰਮ ਕੀਤਾ ਤੇ ਵੀਜ਼ਾ ਲੈ ਕੇ ਆਏ? ਦੇਖੋ ਜੀ, ਪਹਿਲਾਂ ਪ੍ਰੋਫਾਈਲ ਦੀ ਗੱਲ ਕਰਦੇ ਹਾਂ। 12th ਬੱਚੇ ਦੀ 2021 ਪਾਸ ਆਊਟ ਮੈਡੀਕਲ ਸਟੂਡੈਂਟ ਸੀਗਾ। ਆਸਟ੍ਰੇਲੀਆ ਲਈ ਐਪਲੀਕੇਸ਼ਨ ਉਹਨੇ ਪ੍ਰੋਸੈਸ ਕੀਤੀ। ਕ੍ਰਾਈਟੇਰੀਆ ਚੇਂਜ ਹੋਇਆ, ਰਿਕੁਆਇਰਮੈਂਟਸ ਚੇਂਜ ਹੋਈਆਂ। ਸੋ ਬੱਚੇ ਨੂੰ ਮਨਾ ਕਰ ਦਿੱਤਾ ਜੀ ਏਜੰਟ ਨੇ, ਤੁਹਾਡੀ ਆਸਟ੍ਰੇਲੀਆ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋ ਸਕਦੀ। ਅਗੇਨ ਦੈਨ ਬੱਚਾ ਸਵਿਚ ਹੋਇਆ ਯੂਕੇ ਦੇ ਲਈ। ਸੋ ਯੂਕੇ ਦੇ ਵਿੱਚ ਬੱਚੇ ਦੀ ਇੰਟਰਵਿਊ ਆਈ, ਕ੍ਰੈਡੀਬਿਲਿਟੀ ਟੈਸਟ ਜਿਹੜਾ ਨਹੀਂ ਕਰੈਕ ਕਰ ਪਾਇਆ ਬੱਚਾ, ਦੈਨ ਉਹ ਬੱਚੇ ਨੇ ਆਇਲਸ ਕੀਤਾ ਸੀਗਾ, ਰਿਪੀਟ ਨਹੀਂ ਕਰ ਪਾਇਆ। ਸੋ ਪੀਟੀ ਕੀਤਾ ਬੱਚੇ ਨੇ। ਉਹ ਪੀਟੀ ਕਰਕੇ ਕਿਸੇ ਏਜੰਟ ਤੋਂ ਅਪਲਾਈ ਕਰਨ ਦੀ ਉਹਨੇ ਟਰਾਈ ਕੀਤੀ, ਬਟ ਉਹ ਐਪਲੀਕੇਸ਼ਨ 'ਚ ਹੱਥ ਨਹੀਂ ਫੜਾਇਆ ਉਹਨੇ। ਸੋ ਮੀਨਵਾਈਲ ਬੱਚਾ ਘੁੰਮ ਫਿਰ ਕੇ ਸਾਡੇ ਕੋਲ ਆਇਆ, ਐਪਲੀਕੇਸ਼ਨ ਪ੍ਰੋਸੈਸ ਕੀਤੀ, ਪੀਟੀ ਦੇ ਉੱਤੇ ਅਸੀਂ ਉਹਦਾ ਵੀਜ਼ਾ ਗ੍ਰਾਂਟ ਕਰਵਾਇਆ। ਸੋ ਬੜੀ ਵਧੀਆ ਚੀਜ਼ ਸੀਗੀ। ਕਾਫੀ ਏਜੰਟਸ ਦਾ ਇਹ ਚੀਜ਼ ਦਾ ਕਹਿਣਾ ਸੀਗਾ ਕਿ ਪੀਟੀ ਦੇ ਰਿਜ਼ਲਟ ਨਹੀਂ ਆਉਂਦੇ ਜਾਂ ਆਫਰਸ ਐਕਸੈਪਟ ਨਹੀਂ ਕਰਦੀਆਂ ਯੂਨੀਵਰਸਿਟੀਜ਼ ਕਾਲਜਸ। ਸੋ ਹਰ ਇੱਕ ਕਾਲਜ ਔਰ ਯੂਨੀਵਰਸਿਟੀ ਦਾ ਆਪਣਾ ਕ੍ਰਾਈਟੇਰੀਆ ਹੈ। ਕਿਸੇ ਦੀ ਰਿਕੁਆਇਰਮੈਂਟ 58 ਹੈ, ਕਿਸੇ ਦੀ 56 ਆ, ਔਰ ਕਈ ਕਾਲਜਸ ਹੈ ਜਿਹੜੇ 60+ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ। ਸੋ ਹਰ ਇੱਕ ਦਾ ਆਪਣਾ ਪੈਰਾਮੀਟਰ ਹੈ, ਉਹ ਪੈਰਾਮੀਟਰ ਦੇ ਅਕੋਰਡਿੰਗਲੀ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ। ਅਗਰ ਆਪਾਂ ਗੱਲ ਕਰਦੇ ਹਾਂ ਆਇਲਸ ਦੀ ਜਾਂ ਪੀਟੀ ਦੀ, ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਜਿਹੜਾ ਹੈ ਕਿ ਬੱਚੇ ਦੀ ਕਿੰਨੀ ਕੁ ਯੋਗਤਾ ਹੈ, ਕਿ ਕਿੰਨੇ ਕੁ ਸਕੋਰ ਉਸ 'ਚ ਲੈ ਕੇ ਆ ਸਕਦਾ। ਸੋ ਉਹ ਰਿਕੁਆਇਰ ਹੁੰਦਾ ਜੀ। ਅਗਰ ਤੁਸੀਂ ਉਹ ਪ੍ਰੋਵਾਈਡ ਕਰਦੇ ਹੋ, ਕੇਸ ਤੁਹਾਨੂੰ ਸਮਝਾਉਣਾ ਆਉਂਦਾ, ਆਪ ਤੁਸੀਂ ਉਸ 'ਚ ਮਿਹਨਤ ਕਰ ਸਕਦੇ ਹੋ, ਕੋਰਸ ਦੀ ਰੈਲੇਵੈਂਸੀ ਲੈ ਸਕਦੇ ਹੋ, ਕੋਈ ਚੰਗੀ SOP ਦੇ ਨਾਲ ਫਾਈਲ ਲਗਾ ਸਕਦੇ ਹੋ, ਤੇ ਓਬਵੀਅਸ ਜੀ ਗੱਲ ਹੈ ਜੀ ਵੀਜ਼ਾਸ ਵੀ ਲੱਗਦੇ ਆ ਜੀ। ਬਿਲਕੁਲ। ਕਿਉਂਕਿ ਮੈਂ ਤੇ ਜ਼ਰੂਰ ਥੋੜਾ ਜਿਹਾ ਹੋਰ ਜਾਣਨਾ ਚਾਹੂੰਗੀ ਇਸੇ ਪ੍ਰੋਫਾਈਲ ਬਾਰੇ ਜਿਸ ਦਾ ਤੁਸੀਂ ਵੀਜ਼ਾ ਲੈ ਕੇ ਆਏ ਹੋ। ਇਸੇ ਬਾਕੀ ਫੈਕਟਰਸ ਦੀ ਵੀ ਚਲੋ ਜੇ ਆਪਾਂ ਗੱਲ ਕਰੀਏ, ਇਸ ਦਾ ਕੁਆਲੀਫਿਕੇਸ਼ਨ ਨੂੰ ਲੈ ਕੇ ਪਰਸੈਂਟੇਜ ਕਿੰਨੀ ਸੀ, ਪੀਟੀ ਦਾ ਸਕੋਰ ਕਿੰਨਾ ਸੀ, ਕੋਰਸ ਸਿਲੈਕਸ਼ਨ ਕਿਵੇਂ ਦੀ ਕੀਤੀ ਤੁਸੀਂ? ਦੇਖੋ 21 ਪਾਸ ਆਊਟ ਸੀਗਾ, 65% ਸੀਗੇ ਬੱਚੇ ਦੇ। ਉਸ ਤੋਂ ਬਾਅਦ ਉਹਦਾ ਸਟੱਡੀ ਗੈਪ ਸੀਗਾ, ਉਹਦੀ ਅਸੀਂ ਐਕਸਪਲੇਨੇਸ਼ਨ ਦਿੱਤੀ ਬੜੇ ਵਧੀਆ ਤਰੀਕੇ ਦੇ ਨਾਲ ਕਿ ਵੀਜ਼ਾ ਆਫਿਸਰ ਨੂੰ ਵੀ ਸਮਝ ਲੱਗੇ। ਸੋ ਪਰਸੈਂਟੇਜ ਇੰਨੀ ਕੁ ਸੀਗੀ ਬੱਚੇ ਦੀ, 60 ਸਕੋਰ ਸੀਗਾ ਜੀ ਪੀਟੀ ਦਾ, ਨਾਟ ਲੈਸ ਦੈਨ 56 ਸਕੋਰ। ਸੋ ਆਫਿਸ ਹੈਲਥ ਐਡਮਿਨ ਦੇ ਵਿੱਚ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜੀ। ਅੱਜ ਉਹਦਾ ਵੀਜ਼ਾ ਗ੍ਰਾਂਟ ਹੋ ਚੁੱਕਾ। ਸੋ ਇਸ ਵੀਡੀਓ ਦੇ ਜ਼ਰੀਏ ਅਸੀਂ ਦਿਖਾਉਣਾ ਚਾਹਾਂਗੇ ਕਿ ਜਿਹੜੇ ਬੱਚੇ ਦਾ ਜਦੋਂ ਉਹਨੂੰ ਪਾਸਪੋਰਟ ਰਿਕੁਐਸਟ ਲੈਟਰ ਆਇਆ, ਬੱਚੇ ਦੇ ਕੀ ਰਿਵਿਊ ਸੀਗੇ। ਸੋ ਖੁਸ਼ੀ ਦੇ ਵਿੱਚ ਬੱਚੇ ਨੇ ਇਹ ਵੀ ਨਹੀਂ ਚੀਜ਼ ਕਹੀ ਸੀਗੀ ਕਿ ਮੈਨੂੰ ਖੁਦ ਨੂੰ ਉਮੀਦ ਨਹੀਂ ਸੀਗੀ ਕਿ ਮੇਰਾ ਪੀਟੀ ਦੇ ਉੱਤੇ ਵੀਜ਼ਾ ਗ੍ਰਾਂਟ ਹੋ ਜਾਏਗਾ, ਕਿਉਂਕਿ ਕਾਫੀ ਏਜੰਟਸ ਨੇ ਮੈਨੂੰ ਮਨਾ ਕੀਤਾ ਸੀਗਾ। ਸੋ ਇਨ ਦੀ ਐਂਡ ਰਿਜ਼ਲਟ ਮੈਟਰ ਕਰਦਾ ਜੀ, ਵੀਜ਼ਾ ਸਾਰਿਆਂ ਦੇ ਸਾਹਮਣੇ ਆ ਜੀ। ਵੀਜ਼ਾ ਗ੍ਰਾਂਟ ਹੋ ਗਿਆ। थैंक यू सर, थैंक यू सो मच। मेरे डाली ਵੀਜ਼ਾ ਲੱਗ ਗਿਆ ਮੇਰੇ ਸਾਹ। थैंक यू सर। ਇੰਨਾ ਖਰਾਬ ਹੈ ਮੈਨੂੰ ਉਮੀਦ ਨਹੀਂ ਹੈ ਪੀਟੀ ਦੀ ਵੀ ਜਾ ਦੂ ਕੀ ਹੋਇਆ ਜੀ। ਸੋ ਤੁਸੀਂ ਬਿਲਕੁਲ ਖੁਦ ਹੀ ਸਟੂਡੈਂਟ ਦਾ ਰਿਐਕਸ਼ਨ ਵੀ ਦੇਖ ਚੁੱਕੇ ਹੋ ਕਿ ਉਸਨੂੰ ਖੁਦ ਬਿਲੀਵ ਨਹੀਂ ਹੋ ਰਿਹਾ ਸੀ ਕਿ ਪੀਟੀ ਦੇ ਨਾਲ ਉਸਦਾ ਵੀਜ਼ਾ ਆ ਸਕਦਾ। ਸੋ ਇੱਥੇ ਮੈਂ ਜ਼ਰੂਰ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ, ਜਿਹੜੇ ਹੁਣ ਫਰੈਸ਼ ਸਟੂਡੈਂਟ +2 ਕਰਕੇ ਆਉਣਗੇ ਅੱਗੋਂ, ਉਹਨਾਂ ਨੇ ਵੀ ਅਪਲਾਈ ਕਰਨਾ ਹੈ, ਪੀਟੀ ਦੇ ਨਾਲ ਕਿੰਨੇ ਚਾਂਸਿਸ ਜਾਂ ਕਿੰਨਾ ਕੁ ਸਟਰੋਂਗ ਉਹਨਾਂ ਦੀ ਪ੍ਰੋਫਾਈਲ ਰਹਿ ਸਕਦੀ ਹੈ, ਜਾਂ ਉਹਨਾਂ ਨੂੰ ਆਇਲਸ ਵੱਲ ਹੀ ਜਾਣਾ ਚਾਹੀਦਾ ਹੈ? ਦੇਖੋ ਜੀ, ਪੀਟੀ ਦੀ ਗੱਲ ਕਰਦੇ ਹੋ, ਇੱਕ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਹੈ। ਦੋ ਤਰ੍ਹਾਂ ਦੇ ਟੈਸਟ ਜ਼ਿਆਦਾਤਰ ਹਾਈਲਾਈਟ ਰਹੇ ਨੇ, ਫਸਟ ਆਇਲਸ ਔਰ ਸੈਕੰਡ ਪੀਟੀ। ਠੀਕ ਹੈ, ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਜੋ ਕਿ ਪਹਿਲ ਦੇ ਆਧਾਰ ਤੇ ਐਪਲੀਕੇਸ਼ਨ ਨੂੰ ਪ੍ਰੋਸੈਸਿੰਗ ਹੁੰਦੀ ਹੈ, ਜਿਹਦੇ ਵਿੱਚ 6 ਈਚ ਬੈਂਡ ਸਕੋਰ ਰਿਕੁਆਇਰਡ ਰਹਿੰਦੇ ਆ। ਸੋ ਇਸ ਤੋਂ ਇਲਾਵਾ ਅਗਰ ਆਪਾਂ ਜਾਣਦੇ ਹਾਂ ਪੀਅਰਸਨ ਟੈਸਟ ਆਫ ਇੰਗਲਿਸ਼ ਦੀ ਗੱਲ ਕਰਦੇ ਹਾਂ, ਉਹ ਵੀ ਐਕਸੈਪਟੇਬਲ ਹੈ। ਕੰਪੈਰੇਟਿਵਲੀ ਅਗਰ ਅਸੀਂ ਦੇਖਦੇ ਹਾਂ ਕਿ ਜਿੱਥੇ 10 ਦੇ ਵਿੱਚੋਂ 9 ਵੀਜ਼ੇ ਆਇਲਸ ਦੇ ਨਾਲ ਆਉਂਦੇ ਆ, ਸੋ 10 ਦੇ ਵਿੱਚੋਂ 8 ਪੀਟੀ ਦੇ ਨਾਲ ਵੀ ਆਉਂਦੇ ਆ। ਸੋ ਮੇਨ ਗੱਲ ਇਹ ਹੈ ਕਿ ਹਰ ਇੱਕ ਦੀ ਰਿਕੁਆਇਰਮੈਂਟ ਕਾਲਜਸ ਦੀ ਚੇਂਜ ਹੈ। ਕਈ ਵਾਰੀ ਬੱਚਾ ਆਪਣੀ ਪ੍ਰੈਫਰੈਂਸ ਲੈ ਕੇ ਆਉਂਦਾ ਜੀ ਮੈਂ ਫਲਾਣੇ ਕਾਲਜ ਦੇ ਵਿੱਚ ਜਾਣਾ, ਉਹਦੀ ਖੁਦ ਦੀ ਰਿਕੁਆਇਰਮੈਂਟ ਅਗਰ ਨਹੀਂ ਹੈਗੀ ਤਾਂ ਐਪਲੀਕੇਸ਼ਨ ਨਹੀਂ ਪ੍ਰੋਸੈਸ ਹੁੰਦੀ, ਫਿਰ ਚਾਹੇ ਏਜੰਟ ਵੀ ਲੱਖ ਤੇ ਮੱਥਾ ਮਾਰ ਲੇ। ਸੋ ਉਹ ਸਮਝ ਦੀ ਲੋੜ ਹੈ ਕਿ ਕਿਹੜੀ ਯੂਨੀਵਰਸਿਟੀ ਜਾਂ ਕਿਹੜਾ ਕਾਲਜ ਹੈ, ਕਿੰਨਾ ਪੀਟੀ ਸਕੋਰ ਤੇ ਐਕਸੈਪਟ ਕਰੂਗਾ ਐਪਲੀਕੇਸ਼ਨ ਨੂੰ, ਔਰ ਤੁਸੀਂ ਉਸ ਐਪਲੀਕੇਸ਼ਨ ਨੂੰ ਕਿੱਦਾਂ ਰਿਪਰੈਜ਼ੈਂਟ ਕਰਦੇ ਹੋ। ਕਾਫੀ ਹੱਦ ਤੱਕ ਐਪਲੀਕੇਸ਼ਨਸ ਹੁੰਦੀਆਂ ਕਿ ਕੰਸਲਟੈਂਟਸ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ। ਹੁਣ ਮੇਰੇ ਕੋਲ ਕੱਲ ਇੱਕ ਬੱਚਾ ਆਇਆ
+2 2022 ਪਾਸ ਆਊਟ 7 ਬੈਂਡਸ ਉਹਦੇ ਨਾਟ ਲੈਸ ਦੈਨ 6.5। ਓਕੇ ਨਾਨ ਮੈਡੀਕਲ ਸਟੂਡੈਂਟ ਬੱਚੇ ਨੂੰ ਕੋਰਸ ਦਿੱਤਾ ਸੀਗਾ ਜੀ ਬਿਜ਼ਨਸ ਦਾ। ਓਕੇ ਸੋ ਉਹ ਚੀਜ਼ ਜਿਹੜੀ ਹੈ ਕੈਨੇਡਾ ਦੇ ਵਿੱਚ ਰੈਲੀਵੈਂਸੀ ਨਹੀਂ ਮਿਲਦੀ। ਸੋ ਕਾਫੀ ਹੱਦ ਤੱਕ ਏਜੰਟ ਜਿਹੜੇ ਆ, ਸੋ ਉਹਨੂੰ ਜਦੋਂ ਬੱਚੇ ਨੂੰ ਮੈਂ ਪੁੱਛਿਆ ਕਿ ਯਾਰ ਕੀ ਪ੍ਰੋਬਲਮ ਆਈ ਇਹਦੇ ਵਿੱਚ, ਤੁਸੀਂ ਆਪਣੇ ਏਜੰਟ ਨੂੰ ਪੁੱਛਿਆ ਨਹੀਂ ਸੀਗਾ ਇਸ ਚੀਜ਼ ਦਾ। ਸੋ ਬੱਚੇ ਦੀ ਵਰਡਿੰਗ ਸੀਗੀ ਕਿ ਏਜੰਟ ਨਾਲ ਗੱਲ ਕੀਤੀ, ਉਹ ਕਹਿੰਦਾ ਪੈਕੇਜ ਹੈ, ਮੈਂ ਤੇਰੇ ਤੇ ਪੈਸਾ ਲਾ ਰਿਹਾ, ਤੇਰਾ ਵੀਜ਼ਾ ਲੱਗੂਗਾ ਤਾਂ ਮੈਂ ਤੇਰੇ ਕੋਲ ਪੈਸੇ ਲੈਣੇ ਆ। ਸਾਨੂੰ ਜ਼ਿਆਦਾ ਵਧੀਆ ਪਤਾ ਇਸ ਚੀਜ਼ ਦਾ। ਈਵਨ ਬੱਚੇ ਨੇ ਕਿਹਾ ਕਿ ਮੈਂ ਸਰਚ ਵੀ ਕੀਤਾ ਜੇ ਵੀਜ਼ਾ ਨਹੀਂ ਆਂਦਾ। ਉਹ ਏਜੰਟ ਦਾ ਕਹਿੰਦਾ ਕਿ ਮੈਂ ਪਹਿਲਾਂ ਫਾਈਲਾਂ ਪਾਈਆਂ ਸੀ, ਮੇਰੇ 2 ਵੀਜ਼ੇ ਲੱਗੇ ਆ। ਅਗਰ 100 ਦੇ ਵਿੱਚੋਂ ਤੁਹਾਡੇ 2 ਵੀਜ਼ੇ ਲੱਗ ਵੀ ਜਾਂਦੇ, ਤੁਸੀਂ ਉਹ ਹਾਈਲਾਈਟ ਕਰਦੇ, ਬਾਕੀ ਜੇ ਰਿਫਿਊਜ਼ਲ ਆ ਉਹ ਏਜੰਟ ਹਾਈਲਾਈਟ ਨਹੀਂ ਕਰਦਾ। ਸੋ ਇਹ ਚੀਜ਼ਾਂ ਜਿਹੜੀ ਕੈਨੇਡਾ ਦੇ ਵਿੱਚ ਸਮਝਣ ਦੀ ਲੋੜ ਹੈ, ਜਿਹਦੇ ਕਰਕੇ ਵੀਜ਼ਾ ਰਿਫਿਊਜ਼ਲ ਹੋ ਰਹੀ ਹੈ। ਜੀ ਬਿਲਕੁਲ। ਸੋ ਮੈਂ ਜਿੰਨੇ ਵੀ ਦਰਸ਼ਕ ਸਾਡੇ ਨਾਲ ਸ਼ੋਅ ਦੇ ਦੌਰਾਨ ਜੁੜ ਰਹੇ ਨੇ, ਚਾਹੇ ਕਿ ਉਹ ਸਟੂਡੈਂਟਸ ਨੇ, ਚਾਹੇ ਕਿ ਉਹਨਾਂ ਦੇ ਪੇਰੈਂਟਸ ਨੇ, ਤੁਹਾਡਾ ਆਪਣਾ ਵੀ ਕੋਈ ਸਵਾਲ ਹੈ, ਲਗਾਤਾਰ ਨੰਬਰ ਡਿਸਪਲੇ ਹੈ ਜੀ, ਇਸ ਉੱਪਰ ਤੁਸੀਂ ਕਾਲ ਕਰੋ, ਓਮ ਗਲੋਬਲ ਦੀ ਟੀਮ ਦੇ ਨਾਲ ਕੰਟੈਕਟ ਕਰੋ, ਟਾਈਮਲੀ ਸਹੀ ਸਲਾਹ ਦੇ ਨਾਲ ਤੁਸੀਂ ਅੱਗੇ ਵਧੋ। ਜੇਕਰ ਤੁਸੀਂ ਓਮ ਗਲੋਬਲ ਦੇ ਆਫਿਸ ਵੀ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਸੈਕਟਰ 17C ਵਿੱਚ ਇਹਨਾਂ ਦਾ ਆਫਿਸ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਪਿਹੋਵਾ ਤੇ ਬਠਿੰਡਾ ਵਿੱਚ ਵੀ ਇਹਨਾਂ ਦੀ ਬ੍ਰਾਂਚਿਸ ਨੇ। ਟਾਈਮਲੀ ਆਪਣੇ ਡਾਕੂਮੈਂਟਸ ਲੈ ਕੇ ਆਓ, ਅਸੈਸਮੈਂਟ ਕਰਵਾਓ, ਸਹੀ ਆਪਸ਼ਨਸ ਦੇ ਨਾਲ ਅੱਗੇ ਵਧੋ ਤੇ ਜੈਨੂਇਨ ਵੇ ਦੇ ਨਾਲ ਆਪਣਾ ਸਟੱਡੀ ਵੀਜ਼ਾ ਹਾਸਿਲ ਕਰੋ। ਮੈਂ ਪੀਟੀ ਨੂੰ ਲੈ ਕੇ ਇੱਕ ਪੁਆਇੰਟ ਹੋਰ ਜ਼ਰੂਰ ਕਲੀਅਰ ਕਰਨਾ ਚਾਹੂੰਗੀ ਤਾਂ ਕਿ ਉਸ ਤੋਂ ਬਾਅਦ ਆਪਾਂ ਅਗਲੇ ਸਵਾਲਾਂ ਵੱਲ ਵਧੀਏ ਕਿ ਪੀਟੀ ਦੇ ਨਾਲ ਅਗਰ ਅਪਲਾਈ ਕਰਨਾ ਸਟੂਡੈਂਟ ਨੇ, ਕਿੰਨਾ ਸਕੋਰ ਹੋਣਾ ਹੀ ਚਾਹੀਦਾ ਹੈ ਤਾਂ ਕਿ ਆਪਾਂ ਉਸਦੇ ਪੋਜ਼ਿਟਿਵ ਰਿਜ਼ਲਟ ਦੀ ਉਮੀਦ ਕਰ ਸਕੀਏ। ਦੇਖੋ 2 ਤਰ੍ਹਾਂ ਦੀ ਗੱਲ ਹੁੰਦੀ ਹੈ, ਇੱਕ ਹੁੰਦਾ ਅਪਲਾਈ ਹੋ ਜਾਊਗਾ, ਇੱਕ ਹੁੰਦਾ ਵੀਜ਼ਾ ਆ ਜਾਊਗਾ ਜੀ। ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ 51 ਓਵਰਆਲ ਨਾਟ ਲੈਸ ਦੈਨ 51 ਹੈ, ਮਤਲਬ 6 ਈਚ ਬੈਂਡ ਸਕੋਰ ਤੁਹਾਡਾ ਹੋ ਗਿਆ, ਅਪਲਾਈ ਕਰ ਸਕਦੇ ਹੋ। ਬਟ ਹਰ ਇੱਕ ਕਾਲਜਸ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ। ਅਗਰ ਤੁਸੀਂ ਚੰਗਾ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ 55 ਜਾਂ 54 ਅਬਵ ਵਾਲੇ ਜਿਹੜੇ ਐਪਲੀਕੈਂਟਸ ਹੈਗੇ ਆ, ਇਹ ਐਟਲੀਸਟ ਜ਼ਰੂਰ ਲੈ ਕੇ ਆਣ। ਸੋ ਜਿਹਦੇ ਨਾਲ ਸਾਨੂੰ ਥੋੜੀ ਜੀ ਨਾ ਵੇਰੀਏਸ਼ਨ ਮਿਲ ਸਕਦੀ ਹੈ ਯੂਨੀਵਰਸਿਟੀਜ਼ ਜਾਂ ਕਾਲਜਸ ਦੀ ਸਿਲੈਕਸ਼ਨ ਦੇ ਵਿੱਚ। ਸਮ ਟਾਈਮ ਹੁੰਦਾ ਕਿ ਕਿਸੇ ਕਾਲਜ ਦੇ ਵਿੱਚ ਪ੍ਰੋਗਰਾਮ ਨਹੀਂ ਹੁੰਦਾ ਜਾਂ ਕਿਸੇ ਕਾਲਜ ਦੇ ਵਿੱਚ ਸੀਟਸ ਫੁੱਲ ਹੋ ਜਾਂਦੀਆਂ। ਸੋ ਆਲਟਰਨੇਟ ਆਪਸ਼ਨ ਸਾਨੂੰ ਚਾਹੀਦਾ ਹੈ। ਹੋ ਸਕਦਾ ਉਸ ਏਜੰਟ ਦੀ ਵੀ ਇਹ ਮਜਬੂਰੀ ਹੋਵੇ ਕਿ ਬੱਚੇ ਦੀ ਸਪੈਸੀਫਿਕਲੀ ਬੱਚਾ ਕਹੇ ਕਿ ਮੈਂ ਜਾਣਾ ਹੀ ਇੱਥੇ, ਬਟ ਉਹ ਕੁਆਲੀਫਾਈ ਨਹੀਂ ਕਰਦਾ ਜਾਂ ਕੋਰਸ ਨਹੀਂਗਾ, ਦੈਨ ਉਹ ਕੋਰਸ ਚੇਂਜ ਹੋ ਜਾਂਦਾ ਤੇ ਉੱਥੇ ਆ ਕੇ ਬੱਚਾ ਦਾ ਵੀਜ਼ਾ ਜਿਹੜਾ ਰਿਫਿਊਜ਼ ਹੋ ਜਾਂਦਾ। ਸੋ ਟਰਾਈ ਇਹੀ ਕਰਿਓ ਕਿ 56 ਅਬਵ ਸਕੋਰ ਲੈ ਕੇ ਆਈਓ। ਅਗਰ ਤਾਂ 58 ਅਬਵ ਵਾਲਾ ਬੱਚਾ ਤਾਂ ਕਾਫੀ ਵਧੀਆ ਚੀਜ਼ ਹੈ, ਕਿਉਂਕਿ ਉਹਦੇ ਬੈਂਡ ਜਿਹੜੇ 6.5 ਹੋ ਜਾਂਦੇ ਆ। ਸੋ ਉਹ ਚੀਜ਼ ਉਹਦੇ ਵਿੱਚ ਐਡਵਾਂਟੇਜ ਦਿੰਦੀ ਹੈ ਤੇ ਵੀਜ਼ਾਸ ਗ੍ਰਾਂਟ ਹੁੰਦੇ ਆ ਜੀ ਬਿਲਕੁਲ। ਸੋ ਤੁਸੀਂ ਸਾਰਿਆਂ ਨੇ ਬਿਲਕੁਲ ਧਿਆਨ ਵਿੱਚ, ਜ਼ਹਿਨ ਵਿੱਚ ਇਹ ਗੱਲ ਰੱਖਣੀ ਹੈ ਕਿ ਜੇ ਆਪਾਂ ਪੀਟੀ ਦੇ ਨਾਲ ਅਪਲਾਈ ਕਰਨਾ ਹੈ ਤਾਂ 57 58 59 ਇੰਨਾ ਸਕੋਰ ਹੋਵੇ ਤਾਂ ਉਹ ਤੁਹਾਡੀ ਗੁੱਡ ਪ੍ਰੋਫਾਈਲ ਗਿਣੀ ਜਾਏਗੀ ਤੇ ਉਸ ਉੱਪਰ ਵੀਜ਼ਾ ਆਉਣ ਦੇ ਚਾਂਸਸ ਵੱਧ ਜਾਂਦੇ ਨੇ। ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਪੈਕੇਜ ਦਾ, ਉਸ ਉੱਪਰ ਵੀ ਕਲੈਰਿਟੀ ਜ਼ਰੂਰ ਚਾਹੂੰਗੀ। ਪੈਕੇਜ ਵਿੱਚ ਜੋ ਹੈ ਸਟੂਡੈਂਟਸ ਨੂੰ ਜ਼ਿਆਦਾ ਖਰਾਬੀ ਸਹਿਣੀ ਪੈਂਦੀ ਹੈ, ਰਿਫਿਊਜ਼ਲਸ ਆ ਜਾਂਦੀਆਂ, ਕੀ ਓਮ ਗਲੋਬਲ ਵੱਲੋਂ ਵੀ ਪੈਕੇਜ ਕੀਤਾ ਜਾਂਦਾ? ਦੇਖੋ ਕਿਸੇ ਨੂੰ ਇਹ 'ਚ ਮੈਂ ਟਾਰਗੇਟ ਨਹੀਂ ਕਰਦਾ। ਅਗਰ ਪੈਕੇਜ ਦੀ ਗੱਲ ਕਰਦੇ ਹੋ, ਪੈਕੇਜ ਦੇ ਵਿੱਚ ਕਿਤੇ ਨਹੀਂ ਇਹ ਲਿਖਿਆ ਹੋਗਾ ਕਿ ਜੇ ਪੈਕੇਜ ਹੈ ਤੇ ਵੀਜ਼ਾ ਗ੍ਰਾਂਟ ਹੋਊਗਾ ਹੀ ਹੋਊਗਾ। ਸੋ 2 ਚੀਜ਼ਾਂ ਹੀ ਉਹਦੇ ਵਿੱਚ, ਜਾਂ ਤੇ ਫੀਸ ਤੁਸੀਂ ਕਰ ਲਓਗੇ ਜਾਂ ਤੁਹਾਡਾ ਕੋਈ ਕੰਸਲਟੈਂਟ ਜਾਂ ਜੋ ਏਜੰਟ ਹੈਗਾ ਉਹਨੇ ਫੀਸ ਟ੍ਰਾਂਸਫਰ ਕਰਤੀ, ਠੀਕ ਹੈ। ਸੋ ਇਹਦੇ 'ਚ ਸਮਝਣ ਦੀ ਲੋੜ ਕੀ ਹੈ ਜੀ, ਤੁਹਾਡੀ ਐਪਲੀਕੇਸ਼ਨ ਕੀ ਸਹੀ ਤਰੀਕੇ ਦੇ ਨਾਲ ਫਾਈਲ ਹੋਈ ਹੈ। ਸੋ ਬੈਕ ਅਗਰ ਜਾਂਦੇ ਆ, ਕਈ ਬੱਚੇ ਹੈ ਜੀ ਸ਼ੌਂਕ ਹੈ, ਕਈਆਂ ਨੇ ਜੈਨੂਇਨ ਪੜ੍ਹਾਈ ਕਰਨੀ ਹੈ ਤੇ ਕਈ ਲੋਕ ਐਸੇ ਹੈ ਕਿ ਜਿਨ੍ਹਾਂ ਨੇ ਮਜਬੂਰਨ ਜਾਣਾ ਹੈ ਕਿ ਮੈਂ ਜਾ ਕੇ ਕਮਾਈ ਕਰਾਂ। ਸੋ ਉਸ ਚੀਜ਼ ਦੇ ਲਈ ਅਗਰ ਆਪਾਂ ਗੱਲ ਕਰੀਏ ਤਾਂ ਬੱਚਾ ਖੁਦ ਵੀ ਐਪਲੀਕੇਸ਼ਨ ਨਹੀਂ ਕਰ ਸਕਦਾ, ਉਹਨੂੰ ਲੋੜ ਹੈ ਜੀ ਚੰਗੇ ਕੰਸਲਟੈਂਟ ਦੀ। ਸੋ ਕੰਸਲਟੈਂਟ ਵੀ 2 ਤਰ੍ਹਾਂ ਦੇ ਹੋ ਜਾਂਦੇ ਆ, ਇੱਕ ਕੰਸਲਟੈਂਟ ਹੈ ਜੀ, ਦੂਜਾ ਏਜੰਟ ਹੈ। ਕੰਸਲਟੈਂਟ ਮਤਲਬ ਸਲਾਹਕਾਰ ਹੈ, ਏਜੰਟ ਹੈ ਜਿਹਨੇ ਕਹਿਣਾ ਭਾਜੀ ਆ ਜਾਓ ਕੇਸ ਕਰ ਦੂੰਗਾ, ਹੁੰਦਾ ਠੀਕ ਹੈ, ਨਹੀਂ ਹੁੰਦਾ ਕਿਸੇ ਫਲਾਣੇ ਏਜੰਟ ਨੂੰ ਕਰਕੇ, ਛੋਟੀਆਂ ਜਿਹਨੇ ਦੁਕਾਨਾਂ ਖੋਲ ਲੀਆਂ, ਠੀਕ ਹੈ। ਸੋ ਹੁਣ ਗੱਲ ਇਹ ਆਂਦੀ ਹੈ ਕਿ ਤੁਹਾਡੀ ਜਿਹੜੀ ਫਾਈਲ ਹੈ ਕਿ ਉਹ ਕੰਸਲਟੈਂਟ ਦੇ ਹੱਥ 'ਚ ਹੈ ਜਾਂ ਉਹ ਏਜੰਟ ਦੇ ਹੱਥ 'ਚ ਹੈ। ਅਗਰ ਤੁਹਾਡੀ ਫਾਈਲ ਕੰਸਲਟੈਂਟ ਦੇ ਹੱਥ 'ਚ ਹੈ, ਉਹ ਕਿੰਨਾ ਕੁ ਪੜ੍ਹਿਆ ਲਿਖਿਆ, ਉਹਨੂੰ ਕਿੰਨਾ ਕੁ ਐਕਸਪੀਰੀਅੰਸ ਆ, ਉਹ ਤੁਹਾਡੀ ਫਾਈਲ ਦੇ ਵਿੱਚ ਤੁਹਾਨੂੰ ਕਿੱਦਾਂ ਦੇ ਆਨਸਰਸ ਦਿੰਦਾ, ਅਸੈਸਮੈਂਟ ਕਰਕੇ ਅਕੋਰਡਿੰਗਲੀ ਤੁਹਾਨੂੰ ਆਪਸ਼ਨਸ ਦਿੰਦਾ ਜਾਂ ਨਹੀਂ ਦਿੰਦਾ। ਸੋ ਮੋਸਟ ਆਫ ਦੀ ਕੇਸਿਸ 'ਚ ਕੀ ਹੁੰਦਾ ਕਿ ਹੁਣ ਅੰਮ੍ਰਿਤਸਰ ਬ੍ਰਾਂਚ ਦੇ ਵਿੱਚ ਮੈਂ ਲਾਸਟ ਗਿਆ ਕਿ ਸਟੂਡੈਂਟ ਕਹਿੰਦਾ ਕਿ ਸਰ ਡਾਕੂਮੈਂਟੇਸ਼ਨ ਉਹਨਾਂ ਨੇ ਮੇਰੇ ਰੱਖ ਲਈ ਹੈ, ਏਜੰਟ ਕਹਿੰਦਾ ਭਾਜੀ ਤੁਹਾਨੂੰ ਪੁੱਛ ਕੇ ਦੱਸੂਗਾ ਜੀ। ਸੋ ਜਿਹੜੇ ਬੰਦੇ ਨੂੰ ਖੁਦ ਨਹੀਂ ਆਪਸ਼ਨਸ ਦਾ ਪਤਾ ਹੈਗਾ, ਮੈਨੂੰ ਨਹੀਂ ਲੱਗਦਾ ਤੁਹਾਡਾ ਵੀਜ਼ਾ ਲਗਵਾ ਪਾਏਗਾ। ਸੋ ਡਜ਼ਨਟ ਮੈਟਰ ਉਹ ਆਇਲਸ ਹੈ ਜਾਂ ਪੀਟੀ ਹੈ, ਤੁਹਾਡੀ ਅਗਰ ਐਜੂਕੇਸ਼ਨ ਚਾਹੁੰਦੇ ਹੋ ਜਾਂ ਕੈਨੇਡੀਅਨ ਵੀਜ਼ਾ ਚਾਹੁੰਦੇ ਹੋ, ਫਰਸਟ ਪੈਰਾਮੀਟਰਸ ਦੇ ਅਕੋਰਡਿੰਗ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੋ ਕਿ ਜਿਹਦੇ ਕਰਕੇ ਤੁਹਾਡਾ ਵੀਜ਼ਾਸ ਗ੍ਰਾਂਟ ਹੋ ਜਾਣ। ਸੋ ਇਸ ਚੀਜ਼ ਦੇ ਨਾਲ ਐਪਲੀਕੇਸ਼ਨ ਨੂੰ ਤੁਹਾਨੂੰ ਪ੍ਰੋਸੈਸ ਕਰਨਾ ਪਏਗਾ। ਸੋ ਇਹ ਛੋਟੀਆਂ ਜਿਹੜੀਆਂ ਚੀਜ਼ਾਂ, ਇੱਕ ਤਾਂ ਕੋਰਸ ਦੀ ਰੈਲੇਵੈਂਸੀ ਹੋਗੀ, ਪਰਸੈਂਟੇਜ ਮੈਟਰ ਕਰੇਗੀ ਜੀ, ਤੁਹਾਡੀ ਕਿੰਨੀ ਪਰਸੈਂਟੇਜ ਹੈ। ਅਗਰ ਤਾਂ ਚੰਗੀ ਪਰਸੈਂਟੇਜ ਦੇ ਨਾਲ ਜਾਂਦੇ ਹੋ ਦੈਨ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਹੋਏਗੀ, ਵੀਜ਼ਾ ਦੇ ਚਾਂਸਸ ਵੱਧ ਜਾਂਦੇ ਆ। ਸਮ ਟਾਈਮ ਹੁੰਦਾ ਕਿ ਕੱਲ ਮੇਰੇ ਕੋਲ ਇੱਕ ਬੱਚਾ ਆਇਆ ਫਿਜ਼ਿਕਸ ਔਰ ਕੈਮਿਸਟਰੀ ਦੇ ਵਿੱਚ, ਫਿਜ਼ਿਕਸ 33 ਸੀਗੇ, 47 ਸੀਗੇ ਕੈਮਿਸਟਰੀ ਦੇ ਵਿੱਚ। ਉਸ ਬੱਚੇ ਨੂੰ ਮਨਾ ਕਰਤਾ ਜੀ ਤੇਰੀ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਏਗੀ। ਸੋ ਕਿਤੇ ਉਹ ਬੱਚਾ ਸਮਝ ਵੀ ਜਾਂਦਾ ਹੈ। ਹੁਣ ਜਿਹੜੇ ਬੱਚੇ ਕਹਿੰਦੇ ਆ ਕਿ ਜਾਏਂਗੇ ਤਾਂ ਕੈਨੇਡਾ ਜਾਏਂਗੇ, ਸੋ ਉਹ ਕੈਨੇਡਾ ਜਾਏਂਗੇ ਦੇ ਵਿੱਚ ਕੀ ਰਿਫਿਊਜ਼ਲ ਲੱਗ ਜਾਏਗੀ। ਏਜੰਟ ਨੇ ਕੀ ਕਰਨਾ, ਤੁੱਕਾ ਲਾਣਾ ਜੀ, ਵੀਜ਼ਾ ਲੱਗ ਗਿਆ ਤਾਂ 20 ਲੱਖ ਲੈ ਲਾਂਗੇ, 25 ਲੱਖ ਲੈ ਲਾਂਗੇ, ਨਹੀਂ ਲੱਗਾ ਤਾਂ ਉਹ ਨਹੀਂ ਲੈਣਗੇ। ਸੋ ਉਹਦੇ ਵਿੱਚ ਬੱਚਾ ਆਪਣਾ ਟਾਈਮ ਹੀ ਵੇਸਟ ਕਰਦਾ। ਐਪਲੀਕੇਸ਼ਨ ਨੂੰ ਸਮਝਣ ਦੀ ਲੋੜ ਹੈ, ਤੁਹਾਡੀ ਪਰਸੈਂਟੇਜ ਕਿੰਨੀ ਹੈ,
ਤੁਹਾਡਾ ਗੈਪ ਕਿੰਨਾ ਹੈ, ਅਗਰ ਗੈਪ ਦੀ ਜਸਟੀਫਿਕੇਸ਼ਨ ਹੈਗੀ ਉਹਨੂੰ ਕਿੱਦਾਂ ਅਸੀਂ ਰਿਪਰੈਜ਼ੈਂਟ ਕਰਨਾ, ਕਿਹੜਾ ਤੁਹਾਡੀ ਪੜ੍ਹਾਈ ਦੇ ਅਕੋਰਡਿੰਗਲੀ ਕੋਰਸ ਤੁਹਾਡੇ ਲਈ ਸੂਟੇਬਲ ਹੈ ਜਾਂ ਨਹੀਂ ਹੈ, ਜਾਂ ਤੁਹਾਡੇ ਬੈਂਡ ਸਕੋਰ ਉਸ ਯੂਨੀਵਰਸਿਟੀ ਜਾਂ ਕਾਲਜ ਦੀ ਐਡਮਿਸ਼ਨ ਕ੍ਰਾਈਟੇਰੀਆ ਨੂੰ ਮੀਟ ਕਰਦੇ ਆ ਜਾਂ ਨਹੀਂ ਕਰਦੇ। ਆਫੀਸਰ ਜਿਹੜਾ ਤੁਹਾਡੀ ਐਪਲੀਕੇਸ਼ਨ ਨੂੰ ਸਬਮਿਟ ਕਰ ਲੇਗਾ, ਚਾਹੇ ਤੁਹਾਡੇ 2 ਦੇ ਵਿੱਚ 5.5 ਹੈ, ਬਟ ਉਸ ਕ੍ਰਾਈਟੇਰੀਆ ਦੇ ਉੱਤੇ ਵੀਜ਼ਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਇਹ ਸਮਝਣ ਦੀ ਲੋੜ ਹੈ। ਸਾਰੇ ਫੈਕਟਰਸ ਨੂੰ ਦੇਖਿਆ ਜਾਏ ਜੀ, ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰੋ, ਉਹਦੇ ਕੋਲ ਐਪਲੀਕੇਸ਼ਨ ਦੀ ਸਲਾਹ ਲੈ ਕੇ ਫਿਰ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੋ। ਡਜ਼ਨਟ ਮੈਟਰ ਉਹ ਆਇਲਸਾ ਜਾਂ ਪੀਟੀ ਹੈ, ਦੋਨਾਂ ਦੇ ਵਿੱਚ ਵੀਜ਼ਾਸ ਗ੍ਰਾਂਟ ਹੁੰਦੇ ਆ ਜੀ। ਬਿਲਕੁਲ ਸਹੀ ਤੁਸੀਂ ਗੱਲ ਕਹੀ ਕਿ ਜੇਕਰ ਤੁਹਾਡਾ ਕੰਸਲਟੈਂਟ ਵਧੀਆ ਐਕਸਪੀਰੀਅੰਸਡ ਹੈ ਤਾਂ ਤੁਹਾਡੀ ਪ੍ਰੋਫਾਈਲ ਦੇ ਉੱਪਰ ਸਹੀ ਤਰੀਕੇ ਨਾਲ ਕੰਮ ਕਰਕੇ ਉਸ ਦੇ ਉੱਪਰ ਵੀਜ਼ਾ ਲਿਆਂਦਾ ਜਾ ਸਕਦਾ, ਉਹ ਵੀ ਜੈਨੂਇਨ ਵੇ ਦੇ ਨਾਲ। ਸੋ ਆਪਣੇ ਕੰਸਲਟੈਂਟ ਦੀ ਚੋਣ ਸੋਚ ਸਮਝ ਕੇ ਕਰਿਆ ਕਰੋ। ਉਹ ਜ਼ਰੂਰ ਦੇਖੋ ਕਿ ਪਹਿਲਾਂ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੇ ਉਹ ਕੰਮ ਕਰ ਚੁੱਕੇ ਨੇ, ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਪ੍ਰੋਫਾਈਲ ਵੀ ਸੇਫ ਹੈਂਡਸ ਦੇ ਵਿੱਚ ਜਾ ਰਹੀ ਹੈ, ਜਿਸ ਦੇ ਉੱਪਰ ਵਾਕਈ ਮਿਹਨਤ ਕੀਤੀ ਜਾਵੇਗੀ ਕਿ ਵੀਜ਼ਾ ਲੈ ਕੇ ਆਂਦਾ ਜਾਏ। ਸੋ ਮੈਂ ਥੋੜਾ ਜਿਹਾ ਹੋਰ ਪੈਕੇਜ ਦੇ ਉੱਪਰ ਗੱਲ ਅਗਰ ਕਰਾਂ ਤਾਂ ਕਿਵੇਂ ਡਿਫਰੈਂਟ ਮੰਨਦੇ ਹੋ ਤੁਸੀਂ ਓਮ ਗਲੋਬਲ ਨੂੰ, ਕਿਸ ਤਰ੍ਹਾਂ ਦੀ ਟਰਾਂਸਪੇਰੈਂਸੀ ਤੁਸੀਂ ਸਟੂਡੈਂਟਸ ਨਾਲ ਬਣਾ ਕੇ ਰੱਖਦੇ ਹੋ, ਤਾਂ ਕਿ ਜਿਵੇਂ ਦੀ ਆਪਾਂ ਮਾਰਕੀਟ ਦੇ ਵਿੱਚ ਗੱਲਾਂ ਸੁਣਦੇ ਹਾਂ ਪੈਕੇਜ ਹੈ ਜੀ ਰਿਸਕੀ ਹੈ, ਹਾਲਾਂਕਿ ਪੈਸਿਆਂ ਨੂੰ ਲੈ ਕੇ ਥੋੜਾ ਸੇਫ ਹੋ ਜਾਂਦੇ ਨੇ ਪੇਰੈਂਟਸ, ਪਰ ਰਿਫਿਊਜ਼ਲ ਰੇਟ ਪੈਕੇजेस ਵਿੱਚ ਹੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਦੇਖੋ ਜੀ, ਬੱਚਾ ਅੱਜ ਕੱਲ੍ਹ ਖੁਦ ਵੀ ਸਿਆਣਾ ਹੈ। ਪਹਿਲੀ ਗੱਲ ਕਰਦੇ ਹਾਂ ਜੀ ਆਪਾਂ ਕੇਸ ਪਿਕ ਕਰਨ ਦੇ ਉੱਪਰ, ਕੀ ਐਪਲੀਕੇਸ਼ਨ ਨੂੰ ਐਲੀਜੀਬਲ ਹੈ ਜਾਂ ਨਹੀਂ ਹੈ ਜੀ, ਉਹ ਵੀਜ਼ਾ ਦੇ ਲਈ ਐਲੀਜੀਬਲ ਹੈ ਜਾਂ ਸਿਰਫ ਅਪਲਾਈ ਦੇ ਲਈ ਐਲੀਜੀਬਲ ਹੈ। 2 ਫੈਕਟਰਸ ਰਹਿਣਗੇ। ਅਗਰ ਕੋਈ +2 ਐਪਲੀਕੈਂਟ ਹੈਗਾ 60% ਅਬਵ ਪਰਸੈਂਟੇਜ ਜਿਹਦੀ ਹੈਗੀ ਹੈ ਉਹ ਐਕਸੈਪਟੇਬਲ ਐਪਲੀਕੇਸ਼ਨ ਹੈ ਜੀ। 2022 2023 ਪਾਸ ਆਊਟ ਜਿਹੜੇ ਅਪਕਮਿੰਗ ਆਣਗੇ ਬੱਚੇ ਇੰਕਲੂਡਿੰਗ ਉਹ ਵੀ ਕਰਦੇ ਆ, ਜਾਂ 2021 ਪਾਸ ਆਊਟ ਐਕਸੈਪਟੇਬਲ ਹੈ ਜੀ। ਇਸ ਤੋਂ ਬਾਅਦ ਅਗਰ ਤੁਹਾਡਾ ਜ਼ਿਆਦਾ ਗੈਪ ਹੈ, ਉਹ ਗੈਪ ਦੇ ਵਿੱਚ ਤੁਹਾਡੇ ਕੋਲ ਜਸਟੀਫਿਕੇਸ਼ਨ ਹੈਗੀ ਹੈ, ਉਹ ਐਕਸੈਪਟੇਬਲ ਹੈ ਜੀ। ਪਰਸੈਂਟੇਜ 60 ਅਬਵ ਦੇ ਨਾਲ ਨਾਲ ਤੁਹਾਡੇ 6 ਈਚ ਬੈਂਡ ਸਕੋਰ ਰਿਕੁਆਇਰਡ ਰਹਿਣਗੇ। ਸੋ ਉਹ ਐਪਲੀਕੇਸ਼ਨ ਡਜ਼ਨਟ ਮੈਟਰ ਉਹ ਪੈਕੇਜ ਹੈ ਜਾਂ ਨਹੀਂ ਪੈਕੇਜ ਹੈ, ਉਹਦੇ ਵਿੱਚ ਉਹਦੇ ਵੀਜ਼ਾਸ ਦੀ ਪ੍ਰੋਬੇਬਿਲਿਟੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ। ਸੋ ਇਹ ਜਿਹੜੀ ਸਮਝ ਦੀ ਲੋੜ ਹੈ। ਔਰ ਦੂਜੀ ਗੱਲ ਇਹ ਹੈ ਕਿ ਕੋਰਸ ਤੁਹਾਡਾ ਕਿਹੜਾ ਹੈ, ਜੋ ਤੁਸੀਂ ਇੰਡੀਆ ਦੇ ਵਿੱਚ ਪੜ੍ਹਿਆ ਜੀ। ਹੁਣੇ ਵੀ 2 ਤਰੀਕੇ ਦੀ ਐਜੂਕੇਸ਼ਨ ਦੇ ਵਿੱਚ, ਕੈਨੇਡਾ ਦਾ ਐਜੂਕੇਸ਼ਨ ਸਿਸਟਮ ਥੋੜਾ ਜਿਹਾ ਹਟ ਕੇ ਚੱਲਦਾ ਹੈ, ਠੀਕ ਹੈ। ਸੋ 2 ਚੀਜ਼ਾਂ ਹੁੰਦੀਆਂ ਦੇ ਵਿੱਚ, ਪਹਿਲਾਂ ਕੀ ਤੁਹਾਡਾ ਕੋਰਸ ਰਿਲੇਵੈਂਟ ਹੈਗਾ, ਜੋ ਤੁਸੀਂ ਇੰਡੀਆ ਦੇ ਵਿੱਚ ਪੜ੍ਹਿਆ ਉਹ ਚੀਜ਼ ਐਡਵਾਂਸ ਲੈਵਲ ਦੇ ਉੱਪਰ ਹੈਗੀ ਹੈ, ਰਿਲੇਵੈਂਸੀ ਮੈਚ ਹੁੰਦੀ ਹੈ ਜਾਂ ਨਹੀਂ ਹੁੰਦੀ। ਅਗਰ ਹੁੰਦੀ ਹੈ ਤਾਂ ਦੈਟ ਇਜ਼ ਐਕਸੈਪਟੇਬਲ। ਦੂਸਰੀ ਚੀਜ਼ ਹੈ ਕਿ ਕੈਨੇਡਾ ਦੇ ਵਿੱਚ ਕੋਰਸ 2 ਤਰ੍ਹਾਂ ਦੇ ਹੋ ਜਾਂਦੇ, ਇੱਕ ਹੋ ਜਾਂਦਾ ਜੈਨਰਿਕ, ਇੱਕ ਹੁੰਦਾ ਸਪੈਸ਼ਲਾਈਜੇਸ਼ਨ। ਕਿਤੇ ਨਾ ਕਿਤੇ ਜੈਨਰਿਕ ਦੇ ਚਾਂਸਸ ਘੱਟ ਰਹਿੰਦੇ, ਤੁਸੀਂ ਉਸ ਚੀਜ਼ ਦੇ ਸਪੈਸ਼ਲਾਈਜੇਸ਼ਨ ਲੈ ਕੇ ਜਾਂਦੇ ਹੋ ਤੇ ਉਹਦੇ 'ਚ ਤੁਹਾਡੀ ਵੀਜ਼ਾ ਦੀ ਪ੍ਰੋਬੇਬਿਲਿਟੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ। ਸੋ ਇਹ ਚੀਜ਼ਾਂ ਦੇ ਨਾਲ ਤੁਸੀਂ ਐਪਲੀਕੇਸ਼ਨ ਅਗਰ ਪ੍ਰੋਸੈਸ ਕਰਦੇ ਹੋ, ਔਰ ਮੇਨ ਜਿਹੜੀ ਚੀਜ਼ ਹੈ ਤੁਹਾਡੇ ਕੋਰਸ ਦੀ ਪ੍ਰੋਗਰੈਸ਼ਨ। ਬੱਚੇ ਨੇ ਇੱਥੋਂ ਡਿਪਲੋਮਾ ਕੀਤਾ, ਸੇਮ ਲੈਵਲ ਹੈ ਉਸ ਤੋਂ ਲੋਅਰ ਲੈਵਲ ਦਾ ਡਿਪਲੋਮਾ ਕੈਨੇਡਾ ਦੇ ਵਿੱਚ ਲੈ ਕੇ ਜਾਂਦਾ, ਕੋਰਸ ਵੀ ਬੱਚਾ ਕਹਿੰਦਾ ਭਾਜੀ ਰੈਲੀਵੈਂਟ ਹੈਗਾ ਮੇਰਾ, ਸਟਿਲ ਮੇਰਾ ਵੀਜ਼ਾ ਗ੍ਰਾਂਟ ਨਹੀਂ ਹੋਇਆ। ਐਗਜ਼ਾਮਪਲ ਤੁਸੀਂ ਇੱਥੇ +2 ਪੜ੍ਹੇ ਹੋ, ਹਾਇਰ ਉਸ ਤੋਂ ਡਿਪਲੋਮਾ ਲੈਣਾ ਜਾਂ ਬੈਚਲਰ ਲੈਣੀ ਹੈ, ਉਹ ਐਕਸੈਪਟੇਬਲ ਹੈ। ਜੋ ਤੁਹਾਡੀ ਪੜ੍ਹਾਈ ਕੀਤੀ, ਕੀ ਤੁਹਾਡੀ ਆਉਣ ਵਾਲੀ ਜਿਹੜੀ ਪੜ੍ਹਾਈ ਹੈ ਜਾਂ ਜੋ ਇੰਟੈਂਡਡ ਤੁਹਾਡੀ ਕੈਨੇਡਾ ਦੀ ਪੜ੍ਹਾਈ ਹੈ, ਉਹ ਤੁਹਾਡੇ ਹੁਣ ਦੇ ਪ੍ਰੋਗਰਾਮ ਤੋਂ ਪ੍ਰੋਗਰੈਸ਼ਨ ਦੇ ਵਿੱਚ ਹੈਗੀ ਹੈ, ਉਸ ਤੋਂ ਅਗਲੇ ਐਡਵਾਂਸ ਲੈਵਲ ਦੀ ਹੈਗੀ, ਜੇ ਤਾਂ ਉਹ ਹੈਗੀ ਹੈ ਉਹਦੇ ਵਿੱਚ ਵੀਜ਼ਾ ਗ੍ਰਾਂਟ ਹੁੰਦਾ ਜੀ। ਆਹ ਸੱਚਾਈ ਹੈ ਇੰਡਸਟਰੀ ਦੀ, ਆਹ ਸੱਚਾਈ ਹੈ ਕੈਨੇਡਾ ਵੀਜ਼ਾ ਦੀ। ਸੋ ਓਮ ਗਲੋਬਲ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਐਪਲੀਕੇਸ਼ਨ ਕਰਦਾ, ਜਿਹਦੇ ਕਰਕੇ ਸਾਡੇ ਵੀਜ਼ਾਸ ਗ੍ਰਾਂਟ ਹੁੰਦੇ ਜੀ। ਜੀ ਬਿਲਕੁਲ। ਸੋ ਇੱਕ ਵਾਰ ਫਿਰ ਜ਼ਰੂਰ ਕਹੂੰਗੀ ਤੁਹਾਡਾ ਆਪਣਾ ਕੋਈ ਸਵਾਲ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਹਰੇਕ ਸਟੂਡੈਂਟ ਦੀ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਕਿਸੇ ਦੇ ਵਿੱਚ ਕੋਈ ਕੰਪਲਿਕੇਸ਼ਨਸ ਵੀ ਹੁੰਦੀਆਂ ਨੇ। ਸੋ ਤੁਹਾਡਾ ਕੋਈ ਵੀ ਡਾਊਟ ਹੈ ਤੁਸੀਂ ਟਾਈਮਲੀ ਕਲੀਅਰ ਕਰ ਸਕਦੇ ਹੋ ਜੀ। ਨੰਬਰ ਡਿਸਪਲੇ ਕੀਤਾ ਹੋਇਆ ਓਮ ਗਲੋਬਲ ਦਾ, ਇਸ ਉੱਪਰ ਬੇਝਿਜਕ ਤੁਸੀਂ ਕਾਲ ਕਰੋ, ਓਮ ਗਲੋਬਲ ਦੀ ਟੀਮ ਦੇ ਨਾਲ ਕੰਟੈਕਟ ਕਰੋ, ਜਾਣਕਾਰੀ ਲਓ, ਇਹਨਾਂ ਕੋਲ ਆਪਣੇ ਡਾਕੂਮੈਂਟਸ ਲੈ ਕੇ ਪਹੁੰਚੋ, ਟਾਈਮਲੀ ਅਸੈਸਮੈਂਟ ਕਰਵਾ ਕੇ ਸਹੀ ਰਾਹ ਤੇ ਤੁਰਦੇ ਹੋਏ ਆਪਣਾ ਸਟੱਡੀ ਵੀਜ਼ਾ ਤੁਸੀਂ ਹਾਸਿਲ ਕਰੋ। ਰਿਫਿਊਜ਼ਲ ਕੇਸਿਸ ਨੂੰ ਕੀ ਸੁਜੈਸਟ ਕਰਦੇ ਹੋ, ਜਿਨ੍ਹਾਂ ਦੇ ਆਪਾਂ ਰੀਸੈਂਟ ਆਪਾਂ ਦੇਖੀਏ ਕਿ ਰਿਫਿਊਜ਼ਲਸ ਆ ਗਈਆਂ ਜਾਂ ਆ ਸਕਦੀ ਹੈ ਜਾਂ ਆ ਗਈ ਹੋਵੇ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਤਿਆਰੀ ਉਹ ਵੀ ਰੱਖਣੀ ਚਾਹੀਦੀ ਕਿ ਨਾਲ ਦੀ ਨਾਲ ਅਪਲਾਈ ਪ੍ਰੋਸੈਸ ਆਪਣਾ ਰੀਅਪਲਾਈ ਦਾ ਪ੍ਰੋਸੈਸ ਸ਼ੁਰੂ ਕਰਨਾ ਚਾਹੀਦਾ? ਦੇਖੋ ਜੀ, ਕੈਨੇਡਾ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਰਿਫਿਊਜ਼ਲ ਕੇਸਿਸ, ਰਿਫਿਊਜ਼ਲ ਕੋਈ ਕ੍ਰਾਈਮ ਨਹੀਂ ਹੈਗਾ। ਕੋਈ ਪੈਰਾਮੀਟਰਸ ਅਗਰ ਤੁਸੀਂ ਨਹੀਂ ਮੀਟ ਕਰ ਪਾਏ ਜਾਂ ਜੋ ਵੀਜ਼ਾ ਆਫਿਸਰ ਚਾਹੁੰਦਾ ਸੀਗਾ ਉਹਦਾ ਨਾਮ ਵੀਜ਼ਾ ਆਫਿਸਰ ਆ, ਉਹ ਵੀਜ਼ਾ ਦੇਣ ਦੇ ਲਈ ਬੈਠਾ ਹੋਇਆ, ਬਟ ਕਿਤੇ ਨਾ ਕਿਤੇ ਅਗਰ ਤੁਹਾਡੀ ਫਾਈਲ ਦੇ ਵਿੱਚ ਕੋਈ ਕਮੀਆਂ ਰਹਿੰਦੀਆਂ, ਅਪਕਮਿੰਗ ਐਪਲੀਕੇਸ਼ਨ ਦੇ ਵਿੱਚ ਤੁਸੀਂ ਰੀਲੌਂਚ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਉਹ ਕਮੀਆਂ ਨੂੰ ਪੂਰਾ ਕਰ ਸਕਦੇ ਹੋ ਜੀ। ਐਗਜ਼ਾਮਪਲ, ਮੈਂ ਐਜੂਕੇਸ਼ਨ ਕੀਤੀ, ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ, ਮੇਰੇ ਰਿਕੁਆਇਰਮੈਂਟ 6.5 ਬੈਂਡ ਦੀ, ਮੇਰੇ ਬੈਂਡ 6 ਸੀਗੇ, ਮੈਂ ਦੁਬਾਰਾ ਆਇਲਸ ਕੀਤੀ, 6.5 ਜਾਂ 7 ਬੈਂਡ ਲੈ ਕੇ ਆਇਆ, ਉਹ ਪ੍ਰੋਗਰੈਸ਼ਨ ਦੇ ਵਿੱਚ ਉਹਨੂੰ ਲਿਆਂਦਾ, ਸਰਕਮਸਟੈਂਸਿਸ ਚੇਂਜ ਹੈ, ਹਾਲਾਤਾਂ 'ਚ ਤਬਦੀਲੀ ਆਈ, ਉਹਦੇ 'ਚ ਵੀਜ਼ਾ ਗ੍ਰਾਂਟ ਹੋ ਸਕਦਾ ਹੈ, ਠੀਕ ਹੈ। ਮੇਰਾ 2 ਸਾਲ ਪਹਿਲੇ ਐਪਲੀਕੇਸ਼ਨ ਰਿਫਿਊਜ਼ ਹੋਈ, ਉਸ ਤੋਂ ਬਾਅਦ ਕੀ ਹੈ ਕਿ ਮੈਂ ਕੋਈ ਐਜੂਕੇਸ਼ਨ ਕੀਤੀ ਹੈ, ਹਾਲਾਤਾਂ 'ਚ ਤਬਦੀਲੀ ਹੈ, ਮੈਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦਾ ਜੀ। ਮੈਂ ਕੁਵਾਰਾ ਸੀਗਾ, ਵੀਜ਼ਾ ਰਿਫਿਊਜ਼ ਹੋ ਗਿਆ, ਅੱਜ ਮੇਰਾ ਵਿਆਹ ਹੋ ਗਿਆ, ਮੈਂ ਸਪਾਊਸ ਦੇ ਨਾਲ ਐਪਲੀਕੇਸ਼ਨ ਕਰਨਾ ਚਾਹੁੰਦਾ, ਹਾਲਾਤਾਂ 'ਚ ਤਬਦੀਲੀ ਹੈ ਜੀ, ਐਪਲੀਕੇਸ਼ਨ ਕਰ ਸਕਦੇ ਆ। ਵੀਜ਼ਾ ਆਫਿਸਰ ਰਿਫਿਊਜ਼ਲ ਦੇ ਵਿੱਚ ਵੀ ਲਿਖਦਾ ਜੀ, ਯੂ ਆਰ ਵੈਲਕਮ ਟੂ ਰੀਅਪਲਾਈ,
ਜਿੰਨੀ ਵਾਰ ਮਰਜ਼ੀ ਐਪਲੀਕੇਸ਼ਨ ਨੂੰ ਰੀਅਪਲਾਈ ਕਰ ਸਕਦੇ ਹੋ। ਨਵੀਂ ਐਮਬੈਸੀ ਫੀਸ ਲੱਗੇਗੀ, ਬਟ ਐਪਲੀਕੇਸ਼ਨ ਪ੍ਰੋਸੈਸ ਕਰਨ ਦਾ ਫਾਇਦਾ ਤਾਂ ਹੋਊਗਾ ਜੇ ਸਰਕਮਸਟੈਂਸਿਸ ਦੇ ਵਿੱਚ ਚੇਂਜਸ ਹੈਗੇ ਆ, ਜਾਂ ਤੁਸੀਂ ਦਿਖਾ ਸਕਦੇ ਹੋ ਜਾਂ ਤੁਹਾਡਾ ਕੰਸਲਟੈਂਟ ਉਸ ਚੀਜ਼ 'ਚ ਤੁਹਾਨੂੰ ਦਿਖਾ ਸਕਦਾ, ਕਿਉਂਕਿ ਸਮ ਟਾਈਮ ਹੁੰਦਾ ਕਿ ਸਟੂਡੈਂਟ ਨੂੰ ਵੀ ਨਹੀਂ ਪਤਾ ਹੁੰਦਾ, ਜਾਂ ਕਈ ਕੇਸਿਸ ਇੱਦਾਂ ਦਿੰਦੇ ਆ ਭਾਜੀ ਜੋ ਵੀ ਪੈਕੇਜ ਕੀਤਾ ਜਿਹਨੇ 25 ਲੱਖ ਦਾ ਪੈਕੇਜ ਕਰ ਲਿਆ ਜੀ 10ਵੀਂ 12ਵੀਂ ਏਜੰਟ ਨੇ ਬਣਾਈ, ਗ੍ਰੈਜੂਏਸ਼ਨ ਏਜੰਟ ਨੇ ਬਣਾਈ, ਉਹ ਕੇਸਿਸ ਦੇ ਵਿੱਚ ਸਾਡੇ ਕੋਲ ਕੇਸ ਨਾ ਆਏ, ਅਸੀਂ ਉਹਦੀ ਐਪਲੀਕੇਸ਼ਨ ਨੂੰ ਪ੍ਰੋਸੈਸ ਨਹੀਂ ਕਰਾਂਗੇ ਕਿਉਂਕਿ ਉਹ ਫੇਕ ਡਾਕੂਮੈਂਟੇਸ਼ਨ ਹੈ, ਉਹਦੇ ਤੇ ਹੋਮ ਗਲੋਬਲ ਬਿਲਕੁਲ ਵੀ ਕੰਮ ਨਹੀਂ ਕਰਦਾ। ਸੋ ਉਹ ਚੀਜ਼ਾਂ ਦੇ ਵਿੱਚ ਤੁਸੀਂ ਅਗਰ ਫੇਕ ਡਾਕੂਮੈਂਟ ਤੁਹਾਡਾ ਬਣਿਆ, ਆਪਣੇ ਰੀਜਨਲ ਡਾਕੂਮੈਂਟ ਦੁਬਾਰਾ ਸਬਮਿਟ ਕਰੋਗੇ, ਮਿਸ ਰਿਪਰੈਜ਼ੈਂਟੇਸ਼ਨ ਦੇ ਕਰਕੇ 5 ਸਾਲ ਦਾ ਵੀਜ਼ਾ ਬੈਨ ਹੋ ਜਾਏਗਾ ਜੀ। ਸੋ ਉਹ ਐਪਲੀਕੈਂਟ ਸਾਡੇ ਕੋਲ ਬਿਲਕੁਲ ਵੀ ਨਾ ਆਣ। ਜੈਨੂਇਨ ਡਾਕੂਮੈਂਟੇਸ਼ਨ ਦੇ ਨਾਲ ਐਪਲੀਕੇਸ਼ਨ ਹੈਗੀ ਹੈ, ਤੁਸੀਂ ਇੱਕ ਵਾਰ ਰਿਫਿਊਜ਼ ਹੋ ਜਾਂ 5 ਵਾਰ ਰਿਫਿਊਜ਼ ਹੋ, ਹੋਮ ਗਲੋਬਲ ਕੋ ਆਓ, ਹੋਮ ਗਲੋਬਲ ਤੁਹਾਨੂੰ ਵੀਜ਼ਾ ਲੈ ਕੇ ਦੇਗਾ ਤੇ ਫੀਸ ਦੇਗਾ ਵੀਜ਼ਾ ਲੱਗਣ ਤੋਂ ਬਾਅਦ। ਠੀਕ ਹੈ, ਥੋੜਾ ਜਿਹਾ ਅਪਡੇਟ ਜ਼ਰੂਰ ਦਿਓ ਕਿ ਹੁਣ ਨੈਕਸਟ ਸੈਪਟੈਂਬਰ ਇਨਟੇਕ ਲਈ ਸਟੂਡੈਂਟ ਕਦੋਂ ਤੱਕ ਅਪਲਾਈ ਕਰ ਸਕਦੇ ਨੇ, ਡੈਡਲਾਈਨ ਜ਼ਰੂਰ ਦੱਸੋ ਤਾਂ ਕਿ ਸਟੂਡੈਂਟ ਜਿਹੜੇ ਸੋਚਦੇ ਨੇ ਹਲੇ ਬਹੁਤ ਟਾਈਮ ਪਿਆ ਸੈਪਟੈਂਬਰ ਨੂੰ, ਉਹਨਾਂ ਨੂੰ ਪਤਾ ਚੱਲੇ ਕਿ ਸਮਾਂ ਹੋਰ ਕਿੰਨਾ ਕੁ ਰਹਿ ਗਿਆ ਤਿਆਰੀ ਦੇ ਲਈ। ਦੇਖੋ ਜੀ, ਲਿਮਿਟਿਡ ਕਾਲਜਸ ਹੋਣ ਦੇ ਕਰਕੇ ਕੈਨੇਡਾ ਜਿਹੜਾ 1 ਸਾਲ ਆਲਰੇਡੀ ਐਡਵਾਂਸ ਚੱਲਦਾ ਹੈ। ਕਈ ਐਪਲੀਕੇਸ਼ਨਸ ਅਗਰ ਆਪਾਂ ਪ੍ਰੋਸੈਸ ਕਰਦੇ ਹਾਂ, ਕਈ ਕਾਲਜਸ ਹੈਗੇ ਜਿਹੜੀਆਂ ਹਾਈਲੀ ਡਿਮਾਂਡਡ ਕੋਰਸਿਸ ਹੈਗੇ ਉਹਦੇ ਵਿੱਚ ਸੀਟਸ ਫੁੱਲ ਹੋ ਚੁੱਕੀਆਂ। ਈਵਨ ਜਨਵਰੀ 2024 ਦੀ ਵੀ ਐਪਲੀਕੇਸ਼ਨ ਸਟਾਰਟ ਹੋ ਚੁੱਕੀਆਂ। ਸੋ ਬੜੇ ਲਿਮਿਟਿਡ ਜੇ ਕਾਲਜਸ ਆ, ਲਿਮਿਟਿਡ ਜੇ ਕੋਰਸਿਸ ਆ ਜਿਹਦੇ ਵਿੱਚ ਸੀਟਸ ਅਵੇਲੇਬਿਲਿਟੀ ਹੈਗੀ ਹੈ। ਸਤੰਬਰ ਇਨਟੇਕ ਦੇ ਲਈ ਅੱਜ ਵੀ ਹੋਮ ਗਲੋਬਲ ਦੇ ਕੋਲ ਸੀਟਸ ਹੈਗੀਆਂ, ਚਾਹੇ ਤੁਸੀਂ ਆਰਟਸ ਹੋ, ਕਾਮਰਸ ਹੋ, ਮੈਡੀਕਲ ਹੋ ਜਾਂ ਨਾਨ ਮੈਡੀਕਲ ਹੋ, ਹੋਮ ਗਲੋਬਲ ਦੀ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰਕੇ ਓਰੀਜਨਲ ਡਾਕੂਮੈਂਟ ਲੈ ਕੇ ਆਓ, ਪੇਰੈਂਟਸ ਨੂੰ ਨਾਲ ਲੈ ਕੇ ਆਓ ਤੇ ਮੌਕੇ ਤੇ ਫਾਈਲ ਦੀ ਅਸੈਸਮੈਂਟ ਕਰਾ ਕੇ ਆਪਸ਼ਨਸ ਲੈ ਕੇ ਸਤੰਬਰ ਇਨਟੇਕ ਦੇ ਲਈ ਦਾਖਲਾ ਲੈ ਸਕਦੇ ਹੋ। ਜੀ ਬਿਲਕੁਲ, ਚਲੋ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਸੈਪਟੈਂਬਰ ਇਨਟੇਕ ਦੀ ਵੀ ਪੂਰੀ ਜਾਣਕਾਰੀ ਆਪਾਂ ਦਿੱਤੀ ਹੈ, ਤਾਂ ਅੱਗੋਂ ਆਪਾਂ ਗੱਲ ਆਸਟ੍ਰੇਲੀਆ ਦੀ ਵੀ ਕਰ ਲਈਏ। ਜੁਲਾਈ ਇਨਟੇਕ ਨੂੰ ਬੜਾ ਥੋੜਾ ਹੀ ਸਮਾਂ ਰਹਿ ਗਿਆ, ਕਿੰਨਾ ਕੁ ਟਾਈਮ ਹਲੇ ਇੱਥੇ ਵੀ ਬਚਿਆ, ਡੈਡਲਾਈਨ ਕੀ ਹੈ ਤਾਂ ਕਿ 22 ਪਾਸ ਆਊਟ ਸਟੂਡੈਂਟ ਹਲੇ ਵੀ ਅਗਰ ਫੋਕਸ ਕਰਨ ਤਾਂ ਕਿ ਅਪਲਾਈ ਕਰੇ ਤੇ ਉਹਨਾਂ ਨੂੰ ਸੀਟ ਮਿਲ ਸਕਦੀ ਹੈ। ਅਗਰ ਆਸਟ੍ਰੇਲੀਆ ਦੀ ਆਪਾਂ ਗੱਲ ਕਰਦੇ ਹਾਂ, ਆਰਟਸ ਵਾਲੇ ਬੱਚੇ ਲਈ ਤਾਂ ਹੱਥ ਖੜੇ ਆ ਜੀ। ਕੋਈ ਵੀ ਕੰਸਲਟੈਂਟ, ਈਵਨ ਕੋਈ ਵੀ ਯੂਨੀਵਰਸਿਟੀ ਐਕਸੈਪਟ ਨਹੀਂ ਕਰ ਰਹੀ। ਬੜੇ ਲਿਮਿਟਿਡ ਕਾਲਜਸ ਹੈਗੇ ਜਿਹੜੇ ਐਕਸੈਪਟ ਕਰਦੇ, ਬਟ ਕੰਪੈਰੇਟਿਵਲੀ ਗੱਲ ਕਰਦੀ ਹੈ ਕਾਲਜ ਦਾ ਰਿਜ਼ਲਟ ਨਹੀਂ ਹੈ। ਆਊਟ ਆਫ 100 4 ਜਾਂ 5 ਵੀਜ਼ਾਸ ਗ੍ਰਾਂਟ ਹੋਣਗੇ। ਸੋ ਉਹ ਟਰਾਈ ਹੈ ਜੀ। ਕਾਫੀ ਏਜੰਟ ਹਜੇ ਵੀ ਹੈ ਕਿ ਕਈ ਨਾਮੀ ਏਜੰਟ ਇੱਦਾਂ ਦੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲਾਉਂਗਾ ਮੰਚ ਦੇ ਉੱਪਰ, 2021 ਪਾਸ ਆਊਟ ਵਾਲੇ ਬੱਚੇ ਨੂੰ ਵੀ ਕਹਿੰਦੇ ਜੀ ਅੱਜ ਤੁਹਾਡਾ ਵੀਜ਼ਾ ਲਵਾ ਦਾਂਗੇ। ਸੋ ਟ੍ਰਿਕੀ ਹੈ ਜੀ, ਲੋਟਰੀ ਪਾਣੀ ਹੈ, 100 ਦੇ ਵਿੱਚੋਂ ਕੋਈ 2-3 ਵੀਜ਼ੇ ਲੱਗਣੇ ਨੇ ਜੀ, ਜਿਹਨਾਂ 25-30 ਲੱਖ ਰੁਪਏ ਦਾ ਪੈਕੇਜ ਕਰ ਲੈਣਾ। ਸੋ ਇਨ ਦੀ ਐਂਡ ਬੰਦੇ ਨੇ ਕਰੋੜ ਰੁਪਇਆ ਕਮਾ ਲਿਆ, 96-97 ਰਿਫਿਊਜ਼ਲ ਆ ਗਈ, ਔਰਲੀ ਮੈਟਰ ਨਹੀਂ ਕਰਦੀ। ਠੀਕ ਹੈ, ਹੁਣ ਜਿਹੜੇ ਐਪਲੀਕੇਸ਼ਨ ਨੂੰ ਕੋਈ ਵੀ ਹਾਂ ਨਹੀਂ ਕਰਦਾ, ਉਹਨਾਂ ਨੇ ਸਿਰਫ ਉਹਨਾਂ ਨੂੰ ਆਵਾਜ਼ ਮਾਰਨੀ ਹੈ, ਇਹ ਧੰਦਾ ਬਣਾ ਲਿਆ ਜੀ ਉਹਨਾਂ ਨੇ। ਸੋ ਉਹ ਐਪਲੀਕੈਂਟਸ ਐਪਲੀਕੇਸ਼ਨ ਨੂੰ ਪ੍ਰੋਸੈਸ ਨਾ ਕਰਨ। ਅਗਰ ਤੇ 22 ਪਾਸ ਆਊਟ ਹੋ ਗਏ ਹੋ, ਸਟਿਲ 22 ਪਾਸ ਆਊਟ ਆਰਟਸ ਵਾਲੇ ਦੇ ਲਈ ਕੋਈ ਆਪਸ਼ਨਸ ਨਹੀਂ ਹੈਗੀਆਂ। ਕਾਮਰਸ ਹੋ, ਨਾਨ ਮੈਡੀਕਲ ਹੈਗੇ ਹੋ, ਸਟਿਲ ਹਜੇ ਸੀਟਸ ਅਵੇਲੇਬਿਲਿਟੀ ਹੈਗੀ ਹੈ ਜੀ, ਐਪਲੀਕੇਸ਼ਨ ਅਸੀਂ ਪ੍ਰੋਸੈਸ ਕਰ ਸਕਦੇ ਹਾਂ। ਜਾਂ ਜਿਹੜੇ ਐਪਲੀਕੈਂਟਸ ਐਸੇ ਹੈ ਆਰਟਸ ਤੋਂ ਇਲਾਵਾ ਜਿਹਦੇ ਕੋਲ ਫਾਈਨੈਂਸ਼ੀਅਲ ਅਰੇਂਜ ਹੈ, ਇਨਕਮ ਪ੍ਰੂਫ ਅਰੇਂਜ ਹੈ, ਸਾਰੇ ਡਾਕੂਮੈਂਟੇਸ਼ਨ ਇਨ ਹੈਂਡ ਹੈਗੇ ਆ, ਉਹ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਆ। ਕਿਉਂਕਿ ਸਮ ਟਾਈਮ ਕੀ ਹੁੰਦਾ ਕਿ ਆਫਰ ਪ੍ਰੋਸੈਸ ਹੋ ਗਈ, ਜੀਟੀ ਦੇ ਟਾਈਮ ਤੇ ਬੱਚਾ ਡਾਕੂਮੈਂਟ ਅਰੇਂਜ ਕਰਨੇ ਸਟਾਰਟ ਕਰਦਾ ਹੈ। ਠੀਕ ਹੈ, ਫਾਰਮਿੰਗ ਬੈਕਗ੍ਰਾਉਂਡ ਦੀ ਗੱਲ ਕਰਦੇ ਆ, ਕਿਸੇ ਕੋ ਤਹਿਸੀਲਦਾਰ ਦਾ ਇਨਕਮ ਸਰਟੀਫਿਕੇਟ ਨਹੀਂ ਮਿਲਦਾ, ਜਾਂ ਕੋਈ ਕਹਿੰਦਾ ਕਿ ਭਾਜੀ ਹਜੇ ਫਰਦਾ ਨਹੀਂ ਮਿਲੀਆਂ, ਜਾਂ ਕਈ ਕਹਿੰਦੇ ਭਾਜੀ ਜੇ ਫਾਰਮ ਆਉਣ ਵਾਲੇ ਆ। ਸੋ ਇਦਾਂ ਦੀਆਂ ਐਪਲੀਕੇਸ਼ਨਸ ਨਾ ਕਰਨ। ਜਿਹਦੇ ਕੋਲ ਡਾਕੂਮੈਂਟੇਸ਼ਨ ਆਲਰੇਡੀ ਸਾਰੇ ਪ੍ਰੀਪੇਅਰਡ ਹੈਗੇ ਆ, ਇਨ ਹੈਂਡ ਡਾਕੂਮੈਂਟਸ ਹੈਗੇ, ਉਹ ਐਪਲੀਕੇਸ਼ਨ ਦੇ ਲਈ ਬਹੁਤ ਘੱਟ ਟਾਈਮ ਹੈ। ਕਿਉਂਕਿ ਇਸ ਟਾਈਮ ਜੀਟੀ ਜਿਹੜਾ ਮੇਨ ਪ੍ਰੋਬਲਮ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ, ਜੀਟੀ ਟਾਈਮ ਜ਼ਿਆਦਾ ਲੈ ਰਿਹਾ, ਓਵਰ 4 ਵੀਕਸ ਦੇ ਵਿੱਚ ਆ ਜਾਂਦੀ ਹੈ। ਸੋ ਉਹ ਐਪਲੀਕੈਂਟਸ ਦੇ ਲਈ ਲਿਮਿਟਿਡ ਜਿਹਾ ਟਾਈਮ ਹੈ, ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ। ਬਟ ਇਹ 2022 ਵਾਲੇ ਸਿਰਫ ਉਹਦੇ ਲਈ ਐਪਲੀਕੇਸ਼ਨ ਪ੍ਰੋਸੈਸਿੰਗ ਹੈਗੀ ਹੈ ਜਿਹਨੇ ਆਸਟ੍ਰੇਲੀਆ ਜਾਣਾ। ਜਿਹੜਾ ਕਹਿੰਦਾ ਮੈਂ ਮੈਲਬਨ ਜਾਣਾ ਜਾਂ ਫਲਾਣੀ ਯੂਨੀਵਰਸਿਟੀ ਦੇ ਵਿੱਚ ਜਾਣਾ, 2022 ਇਨਟੇਕ ਖਤਮ ਹੈ ਜੀ। ਉਹ ਐਪਲੀਕੈਂਟ ਜੇ ਤਾਂ 6 ਈਚ ਹੈਗੇ ਉਹ ਕੈਨੇਡਾ ਦੇ ਵਿੱਚ ਜਾਣ ਜਾਂ ਫਿਰ ਉਹ ਯੂਕੇ ਵਿੱਚ ਅਪਲਾਈ ਕਰ ਸਕਦੇ। ਆਸਟ੍ਰੇਲੀਆ ਉਹ ਐਪਲੀਕੇਸ਼ਨਸ ਨੂੰ ਨਹੀਂ ਲਏਗਾ ਜੀ। ਸੋ ਬਹੁਤ ਵਧੀਆ ਕਿ ਤੁਸੀਂ ਬਿਲਕੁਲ ਕਲੀਅਰ ਜੋ ਹੈ ਸੁਜੈਸ਼ਨ ਸਟੂਡੈਂਟਸ ਨੂੰ ਦਿੱਤਾ ਹੈ, ਕਿਉਂਕਿ ਕਈ ਵਾਰੀ ਬੜੇ ਸਟੂਡੈਂਟਸ ਨੂੰ ਕਨਫਿਊਜ਼ ਕਰਨ ਵਾਲੇ ਵੀ ਮਾਰਕੀਟ ਵਿੱਚ ਮਿਲ ਜਾਂਦੇ ਨੇ, ਜੋ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਅਪਲਾਈ ਕਰਦੇ ਆ ਤੁਹਾਡਾ ਵੀਜ਼ਾ ਆ ਜਾਏਗਾ। ਸੋ ਬੜੀ ਕਲੀਅਰ ਸਲਾਹ ਰਿੱਕੀ ਜੀ ਨੇ ਦਿੱਤੀ, ਹੋਮ ਗਲੋਬਲ ਵੱਲੋਂ ਦਿੱਤੀ ਗਈ ਹੈ, ਤਾਂ ਕਿ ਤੁਸੀਂ ਕਿਤੇ ਵੀ ਮਿਸਗਾਈਡ ਨਾ ਹੁੰਦੇ ਹੋਏ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰ ਸਕੋ, ਜਿੱਥੇ ਐਲੀਜੀਬਲ ਹੋ ਉੱਥੇ ਹੀ ਅਪਲਾਈ ਤੁਸੀਂ ਕਰ ਸਕੋ। ਸੋ ਮੈਂ ਅਗਰ ਆਪਾਂ ਆਸਟ੍ਰੇਲੀਆ ਦੀ ਹੀ ਗੱਲ ਕਰ ਰਹੇ ਹਾਂ ਤਾਂ ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗੀ ਆਖਿਰ ਗਲਤੀ ਕਿੱਥੇ ਹੁੰਦੀ ਹੈ ਆਸਟ੍ਰੇਲੀਆ ਦੀ ਫਾਈਲਿੰਗ ਵੇਲੇ, ਕਿਉਂਕਿ ਅਸੀਂ ਜਾਣਦੇ ਹਾਂ ਐਜ਼ ਅ ਰੀ ਅਪਲਾਈ ਦਾ ਅਗਰ ਰਿਫਿਊਜ਼ਲ ਆ ਗਈ, ਰੀ ਅਪਲਾਈ ਦਾ ਪ੍ਰੋਸੈਸ ਬੜਾ ਹੀ ਕਠਿਨ ਆਪਾਂ ਮੰਨ ਸਕਦੇ ਹਾਂ ਜਾਂ ਰੀ ਅਪਲਾਈ ਕਰ ਹੀ ਨਹੀਂ ਸਕਦੇ ਹਾਂ। ਸੋ ਮੈਂ ਗਲਤੀ ਕਿਤੇ ਨਾ ਹੋਵੇ, ਫਸਟ ਅਟੈਂਪਟ ਵਿੱਚ ਉਹਨਾਂ ਦਾ ਟਾਈਮਲੀ ਵੀਜ਼ਾ ਵੀ ਆਵੇ। ਗਲਤੀਆਂ ਕਿੱਥੇ ਹੁੰਦੀਆਂ ਤਾਂ ਕਿ ਸਟੂਡੈਂਟਸ ਵੀ ਧਿਆਨ ਰੱਖਣ ਤੇ ਆਪਣੇ ਕੰਸਲਟੈਂਟ ਨੂੰ ਸਵਾਲ ਵੀ ਕਰ ਸਕਣ। ਬੜਾ ਸੋਹਣਾ ਸਵਾਲ ਹੈ ਜੀ। ਐਜੂਕੇਸ਼ਨ ਸਿਸਟਮ ਦੀ ਗੱਲ ਕਰ ਲਓ, ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਗਲਤੀਆਂ ਹੀ ਗਲਤੀਆਂ ਹੁੰਦੀਆਂ ਜੀ। ਪਹਿਲੀ ਗੱਲ ਇਹ ਹੈਗੀ ਹੈ ਕਿ ਇੱਕ ਬੱਚੇ ਦੀ ਜਿੱਦ ਹੁੰਦੀ ਹੈ। ਸੋ ਆਸਟ੍ਰੇਲੀਆ ਦੇ ਵਿੱਚ ਕਈ ਯੂਨੀਵਰਸਿਟੀਜ਼ ਐਸੀਆਂ ਹੈ ਕਿ ਜਿਹੜੀਆਂ 3 ਮੰਥਸ 올ਡ ਫੰਡ ਲੈਂਦੀਆਂ। ਸੋ ਕਈ ਯੂਨੀਵਰਸਿਟੀਜ਼ ਦਾ ਕ੍ਰਾਈਟੇਰੀਆ ਇੱਦਾਂ ਦਾ ਕਿ 6 ਮੰਥ 올ਡ ਫੰਡ ਲੈਂਦੀ। ਅਗਰ ਮੈਂ ਸਿੰਗਲ ਐਪਲੀਕੈਂਟਸ ਦੀ ਗੱਲ ਕਰਾਂ, 2022 ਆਲਮੋਸਟ ਖਤਮ ਹੈ ਜੀ।
90% ਯੂਨੀਵਰਸਿਟੀਜ਼ ਨੇ ਹੱਥ ਖੜੇ ਕਰਤੇ ਹੈ ਕਿਉਂਕਿ GT ਅਪਰੂਵ ਨਹੀਂ ਹੋਣੀ। ਕਈ ਏਜੰਟ ਕੇਸਿਸ ਜ਼ਰੂਰ ਪਿਕ ਕਰ ਰਹੇ ਬਟ ਉਹ ਸਿਰਫ ਆਫਰ ਲੈਟਰ ਲੈ ਕੇ ਦੇਣਗੇ। ਜਦੋਂ ਤੱਕ ਤੁਹਾਡੀ GT ਪ੍ਰੋਸੈਸਿੰਗ ਹੋਣੀ ਹੈ ਤਦ ਤੱਕ ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਿਹੜਾ ਸ਼ੋਅ ਕਰ ਦੇਣਾ ਕਿ ਜਿਹੜੀ ਤੁਹਾਡੀ GT ਅਪਰੂਵ ਨਹੀਂ ਹੋਈ ਜੀ। ਹੁਣ ਹਾਲਾਤਾਂ 'ਚ ਤਬਦੀਲੀ ਆ ਗਈ ਹੈ ਜੀ ਆਸਟ੍ਰੇਲੀਅਨ ਗਵਰਨਮੈਂਟ ਦੇ ਵਿੱਚ। ਸੋ ਜਦੋਂ 2023 ਦਾ ਬੱਚਾ ਆਣਾ 22 ਵਾਲੇ ਬੰਦ ਹੋ ਜਾਣੇ ਜਿੱਦਾਂ ਲਾਸਟ 2021 ਵਾਲੇ ਲੈਣੇ ਬੰਦ ਕੀਤੇ। +2 ਐਪਲੀਕੈਂਟਸ ਦੇ ਉੱਤੇ ਆਸਟ੍ਰੇਲੀਆ ਇੰਨਾ ਗੈਪ ਜ਼ਿਆਦਾ ਨਹੀਂ ਲੈਂਦਾ। ਸੋ ਪਹਿਲਾਂ ਤੇ ਉਹ ਸਮਝਣ ਦੀ ਲੋੜ ਹੈ ਜਿਹਦੇ ਵਿੱਚ ਆਲਰੇਡੀ ਡਾਕੂਮੈਂਟ ਸਾਰੇ ਅਰੇਂਜ ਹੈ। GT ਜਿਹੜੀ ਯੂਨੀਵਰਸਿਟੀ ਚੰਗੀਆਂ ਹੈਗੀਆਂ ਕਿ ਜਿਹੜੀਆਂ ਵਿਦਨ ਫਿਊ ਵੀਕਸ GT ਕਲੀਅਰ ਕਰ ਦਿੰਦੀ ਉਹਨਾਂ ਦੇ ਵਿੱਚ ਐਪਲੀਕੇਸ਼ਨ ਤੁਸੀਂ ਕਰ ਸਕਦੇ ਹੋ। ਸਟਿਲ ਉਹ ਬੱਚਾ ਡੈਫਰ ਹੋ ਸਕਦਾ ਹੈ। ਜਦੋਂ ਐਪਲੀਕੇਸ਼ਨ ਤੁਸੀਂ ਸਬਮਿਟ ਕਰ ਲਈ ਹੈ ਡੈਫਰ ਹੋ ਜਾਏਗਾ, ਕੋਈ ਦਿੱਕਤ ਨਹੀਂ। ਨਵੰਬਰ ਦੇ ਵਿੱਚੋਂ ਡੈਫਰ ਹੋ ਸਕਦਾ, ਸਤੰਬਰ ਦੇ ਵਿੱਚੋਂ ਡੈਫਰ ਹੋ ਸਕਦਾ। ਬੜੇ ਲਿਮਿਟਿਡ ਜੀ ਸੀਟਸ ਆ ਜਿਨ੍ਹਾਂ ਕੋਲ ਸਤੰਬਰ ਹੈ, ਅਦਰਵਾਈਜ਼ ਨਵੰਬਰ ਇਨਟੇਕ ਜਿਹੜਾ ਹੈਗਾ ਉਹ ਅਵੇਲੇਬਿਲਿਟੀ ਦਿੰਦੀ ਹੈ। 2 ਮੋਡਿਊਲ ਦੇ ਵਿੱਚ 5.5 ਬੈਂਡ ਹਰ ਇੱਕ ਯੂਨੀਵਰਸਿਟੀ ਉਹਨੂੰ ਨਹੀਂ ਲੈਂਦੀ। ਸੋ ਟਰਾਈ ਲੋਕ ਜ਼ਰੂਰ ਕਰਦੇ ਕਿ ਚੱਲ ਠੀਕ ਹੈ ਯਾਰ ਮੈਂ ਮਨਾ ਕਰੂੰਗਾ, ਦੂਜੇ ਏਜੰਟ ਕੋ ਜਾਏਗਾ, ਆਫਰ ਪਾ ਦਿੰਦੇ ਆ। ਸੋ ਬੱਚਾ 3-3 ਮਹੀਨੇ ਆਫਰ ਲੈਟਰ ਦੀ ਹੀ ਵੇਟ ਕਰਦਾ ਰਹਿੰਦਾ। ਸੋ ਇਹ ਜਿਹੜੀਆਂ ਚੀਜ਼ਾਂ ਸਮਝਣ ਦੀ ਲੋੜ ਹੈ। 6 ਈਚ ਅਗਰ ਤੇ ਹੈਗੇ ਆ ਸੋ ਆਲਮੋਸਟ ਸਾਰੀ ਯੂਨੀਵਰਸਿਟੀਜ਼ ਤੁਹਾਨੂੰ ਐਕਸੈਪਟ ਕਰਨਗੀਆਂ। 65% ਜਿਹੜੇ ਆ ਮੇਜਰ 4 ਕੰਪੋਨੈਂਟ ਦੇ ਵਿੱਚ ਤੁਹਾਨੂੰ ਚਾਹੀਦੇ ਆ। ਮੇਜਰ 4 ਸਬਜੈਕਟਾਂ ਦੇ ਵਿੱਚ ਤੁਸੀਂ 65% ਮਾਰਕਸ ਅਗਰ ਰੱਖਦੇ ਹੋ, 6 ਈਚ ਆਇਲ ਸਕੋਰ ਹੈਗੇ ਤੁਹਾਡੇ, ਉਹ ਐਕਸੈਪਟੇਬਲ ਹੈ। ਮੈਡੀਕਲ ਸਟੂਡੈਂਟ ਨੂੰ ਅਗਰ ਛੱਡ ਕੇ ਆਪਾਂ ਗੱਲ ਕਰੀਏ, ਅਗਰ 1 'ਚ 5.5 ਜ਼ਰੂਰ ਐਪਲੀਕੇਸ਼ਨ ਕਰ ਸਕਦੇ ਹੋ, ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਗ੍ਰੈਜੂਏਟ ਐਪਲੀਕੈਂਟ 2016 ਔਨਵਰਡ 6.5 ਬੈਂਡ 6 ਈਚ ਦੇ ਨਾਲ ਐਪਲੀਕੇਸ਼ਨ ਕਰ ਸਕਦੇ। ਕਈ ਵਾਰੀ ਹੁੰਦਾ ਕਿ 6.5 ਨਹੀਂ ਵੀ ਆਉਂਦੇ, 6 ਈਚ ਕੈਨੇਡਾ ਤੋਂ ਰਿਫਿਊਜ਼ ਆ, ਉਹ ਵੀ ਕਰ ਸਕਦੇ ਹੋ। ਸੋ ਲਿਮਿਟਿਡ ਜੀ ਸੀਟਸ ਹੈਗੀਆਂ, ਲਿਮਿਟਿਡ ਜੀ ਯੂਨੀਵਰਸਿਟੀਜ਼ ਹੈ। 41 ਯੂਨੀਵਰਸਿਟੀਜ਼ ਹੈ ਜੀ ਆਸਟ੍ਰੇਲੀਆ ਦੇ ਵਿੱਚ। ਸੋ ਪੈਰਾਮੀਟਰ ਦੇਖਣਾ ਪੈਂਦਾ, ਜ਼ਿਆਦਾ ਕੋਈ ਇਹਦੇ ਵਿੱਚ ਚੇਂਜਸ ਹੁੰਦੇ ਨਹੀਂ ਹੈ। GT ਦੇ ਉੱਤੇ ਗੱਲ ਕਰਦੇ ਹਾਂ ਜੀ, ਕਈ ਵਾਰ ਬੱਚਾ ਡਾਕੂਮੈਂਟ ਨਾ ਕਲੀਅਰ ਨਹੀਂ ਭੇਜਦਾ। ਠੀਕ ਹੈ, ਸੋ ਕੈਮ ਸਕੈਨਰ ਤੋਂ ਫੋਟੋ ਕਲਿੱਕ ਕਰਕੇ ਬੱਚਾ ਭੇਜ ਦਿੰਦਾ, ਯੂਨੀਵਰਸਿਟੀ ਉਹ ਡਿਕਲਾਈਨ ਕਰ ਦਿੰਦੀ ਹੈ। ਹੁਣ ਉਹ ਕਈ ਏਜੰਟ ਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ। ਹੁਣ ਸਾਡੇ ਕੋਲ ਡਾਇਰੈਕਟ ਯੂਨੀਵਰਸਿਟੀਜ਼ ਹੈ, ਯੂਨੀਵਰਸਿਟੀਜ਼ ਆਪ ਈਮੇਲ ਕਰ ਦਿੰਦੀ ਕਿ ਆਹ ਚੀਜ਼ ਨਹੀਂ ਕਲੀਅਰ ਹੈਗੀ। ਬਟ ਅਗਰ ਅੱਗੇ ਕਿਸੇ ਏਜੰਟ ਦੀ ਗੱਲ ਕਰਦੇ ਉਹਨੂੰ ਇਹੀ ਨਹੀਂ ਸਮਝ ਲੱਗਦਾ ਕਿ 4-4 ਮਹੀਨੇ ਹੋ ਗਏ GT ਕਿਉਂ ਨਹੀਂ ਮੇਰੀ ਅਪਰੂਵ ਹੋਈ। ਸੋ ਇਨਕਮ ਸਮਝਣ ਦੀ ਲੋੜ ਹੈ। ਤੁਸੀਂ ਪੜ੍ਹਾਈ ਕਰਨ ਜਾਣਾ ਚਾਹੁੰਦੇ ਹੋ, ਤੁਹਾਡੇ ਐਜੂਕੇਸ਼ਨ ਦੇ ਬੇਸਿਸ ਤੇ ਯੂਨੀਵਰਸਿਟੀ ਨੇ ਤੁਹਾਨੂੰ ਆਫਰ ਲੈਟਰ ਦੇ ਦਿੱਤੀ ਕਿ ਤੁਹਾਡਾ ਫਲਾਣਾ ਆਹ ਕੋਰਸ ਹੋਊਗਾ, ਇਹਦੀ ਇੰਨੀ ਡਿਊਰੇਸ਼ਨ ਹੋਏਗੀ, ਇੰਨੀ ਫੀਸ ਹੋਏਗੀ ਔਰ ਇਸ ਡੇਟ ਨੂੰ ਸਟਾਰਟ ਹੋ ਜਾਏਗਾ। ਸਿਸਟਮ ਇਸ ਤਰੀਕੇ ਨਾਲ ਚੱਲਦਾ ਕਿ ਕਾਗਜ਼ਾਂ ਦੇ ਬਿਹਾਫ ਤੇ ਤੁਹਾਨੂੰ ਐਡਮਿਸ਼ਨ ਮਿਲ ਗਈ। ਦਾਖਲਾ ਮਿਲਣ ਤੋਂ ਬਾਅਦ ਜਦੋਂ ਆਫਰ ਆ ਗਈ GT ਪ੍ਰੋਸੈਸਿੰਗ ਹੋਣੀ ਹੈ, ਜਿਹਦੇ ਵਿੱਚ ਯੂਨੀਵਰਸਿਟੀਜ਼ ਇਹ ਚੀਜ਼ ਦੇਖਦੀ ਹੈ ਕਿ ਤੁਹਾਡੇ ਪਰਿਵਾਰਕ ਮੈਂਬਰ ਇੰਨਾ ਪੈਸਾ ਕਮਾਉਂਦੇ ਹੈ ਕਿ ਉਹਨਾਂ ਦੀ ਇੰਨੀ ਸਾਲ ਦੀ ਆਮਦਨ ਹੈਗੀ ਹੈ ਕਿ ਤੁਹਾਡੀ ਫੀਸ ਔਰ ਰਹਿਣ ਖਾਣ ਪੀਣ ਦਾ ਖਰਚਾ ਚੱਲ ਸਕਣ। ਐਗਜ਼ਾਮਪਲ, ਮੇਰੀ ਫੈਮਿਲੀ ਅਗਰ ਅਸੀਂ ਮਹੀਨੇ ਦਾ 10,000 ਬਚਾਉਂਦੇ ਆ, ਠੀਕ ਹੈ, ਸਾਲ ਦਾ ਅਸੀਂ 1,20,000 ਬਚਾਉਂਦੇ ਆ। ਸੋ 4 ਜਣੇ ਵੀ ਅਸੀਂ ਅਗਰ ਕੰਮ ਕਰਦੇ ਆ, ਕੋਈ 4.5-5 ਲੱਖ ਹੋ ਗਿਆ, ਜਿਹਦੇ ਨਾਲ ਅਸੀਂ ਬੱਚੇ ਦੀ ਫੀਸ ਨਹੀਂ ਭਰ ਸਕਦੇ। ਚੰਗੀ ਯੂਨੀਵਰਸਿਟੀ ਦੀ ਫੀਸ ਜਿਹੜੀ 8 ਤੋਂ 10 ਲੱਖ ਆਉਂਦੀ ਹੈ। ਸੋ ਇਹ ਕ੍ਰਾਈਟੇਰੀਆ ਜਿਹੜਾ ਸਮਝਣ ਦੀ ਲੋੜ ਹੈ। ਲੋਕ ਫਾਈਲ ਪੁੱਟ ਕਰ ਦਿੰਦੇ ਆ ਜਿਹਦੇ ਕਰਕੇ GT ਕਲੀਅਰ ਨਹੀਂ ਹੁੰਦੀ। ਸੋ ਇਨਕਮ ਜਿਹੜੀ ਹੈ ਸਮਝਣੀ ਜ਼ਰੂਰੀ ਹੈ। ਜੇ ਮੇਰੇ 5 ਪਰਿਵਾਰਕ ਮੈਂਬਰ ਆ, ਸਾਡੀ ਸਾਲ ਦੀ ਆਮਦਨ 15 ਲੱਖ ਹੈ, ਖਰਚਾ ਸਾਡਾ 5 ਲੱਖ ਰੁਪਏ ਦਾ, ਅਸੀਂ 10 ਲੱਖ ਬਚਾਉਂਦੇ ਹਾਂ, ਦੈਟ ਮੀਨਸ ਅਸੀਂ ਬੱਚੇ ਦੀ ਫੀਸ ਭਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਇਨਕਮ ਦਿਖਾਣੀ ਵੀ ਜ਼ਰੂਰੀ ਹੈ। ਔਰ ਜਿਹੜੀ ਤੁਸੀਂ ਇਨਕਮ ਦਿਖਾਈ ਹੈ, ਗੋਰੇ ਨੇ ਸਿਆਣੇ ਬਹੁਤ ਮੈਮ 2 ਚੀਜ਼ਾਂ ਨੂੰ ਜ਼ਿਆਦਾ ਬਲੀਵ ਕਰਦੇ, ਜਾਂ ਤੇ ਤੁਹਾਡਾ ਡਾਕੂਮੈਂਟੇਸ਼ਨ ਜਿਹੜਾ ਗਵਰਨਮੈਂਟ ਹੈਗਾ ਸਰਕਾਰੀ ਕਾਗਜ਼ ਨੂੰ ਅਪਰੂਵ ਕਰਦੇ ਆ। ਦੂਜੀ ਚੀਜ਼ ਹੈ ਕਿ ਜਿਹੜੀ ਚੀਜ਼ ਆਨਲਾਈਨ ਵੈਰੀਫਾਈ ਹੁੰਦੀ ਹੈ ਉਹ ਐਕਸੈਪਟੇਬਲ ਹੈ। ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ, ਜਿੱਦਾਂ ਜੇ ਫਾਰਮ ਲਾਸਟ ਟਾਈਮ ਚਾਹੁੰਦੇ ਸੀ ਯੈਲੋ ਜਾਂ ਪਿੰਕ ਕਲਰ ਦੇ ਹੈਂਡ ਰਿਟਨ ਜਾਂ ਦੇ ਦਿੰਦੇ ਸੀਗੇ, ਉਹ ਹੁਣ ਉਹ ਐਕਸੈਪਟੇਬਲ ਨਹੀਂ ਹੈ। ਹੁਣ ਜਿਹੜੇ ਰੀਸੈਂਟ ਆਉਂਦੇ ਪਏ ਆ, ਈਵਨ ਉਹਦਾ ਰੈਕਡ ਹੁੰਦਾ ਔਰ ਬਾਰਕੋਡ ਵੀ ਮਿਲਦਾ। ਸੋ ਉਹ ਚੀਜ਼ ਵੈਰੀਫਾਈਡ ਹੁੰਦੀ ਹੈ। ਤੁਹਾਡੀ ਇਨਕਮ ਟੈਕਸ ਰਿਟਰਨ ਤੁਸੀਂ ਤਰੀਕੇ ਦੇ ਨਾਲ ਐਪਲੀਕੇਸ਼ਨ ਨੂੰ ਸਬਮਿਟ ਕਰੋ। ਅਗਰ ਕੋਈ ਫਾਰਮਿੰਗ ਵਾਲਾ ਤਹਿਸੀਲਦਾਰ ਦਾ ਇਨਕਮ ਸਰਟੀਫਿਕੇਟ ਲਗਾ ਸਕਦਾ। ਇਸ ਤੋਂ ਆਲਟਰਨੇਟ ਬਿਜ਼ਨਸ ਵਾਲੇ ਆਪਣੇ ਡਾਕੂਮੈਂਟੇਸ਼ਨ ਦੇ ਸਕਦੇ ਆ, ਪ੍ਰਾਈਵੇਟ ਜੌਬ ਜਾਂ ਗਵਰਨਮੈਂਟ ਜੌਬ ਵਾਲੇ ਆ। ਸੋ ਐਜ਼ ਮੈਕਸਿਮਮ ਡਾਕੂਮੈਂਟ ਉਹ ਦਵੋ ਜਿਹੜੇ ਵੈਰੀਫਾਈਡ ਹੁੰਦੇ ਜਾਂ ਗਵਰਨਮੈਂਟ ਡਾਕੂਮੈਂਟਸ ਆ। ਸੋ ਉਸ ਤਰੀਕੇ ਦੇ ਨਾਲ ਤੁਹਾਡੀ ਇਨਕਮ ਪਲੱਸ ਇਹ ਚੀਜ਼ ਚੱਲੇਗੀ। ਇਸ ਤੋਂ ਬਾਅਦ ਆਉਂਦੀ ਹੈ ਜੀ ਤੁਹਾਡੇ ਫਾਈਨੈਂਸ਼ੀਅਲਸ, ਤੁਹਾਡਾ ਰਹਿਣ ਖਾਣ ਪੀਣ ਦਾ ਖਰਚਾ, ਸਾਲ ਦੇ ਲਿਵਿੰਗ ਐਕਸਪੈਂਸਿਸ। ਅਗਰ ਤੁਸੀਂ 6 ਮਹੀਨੇ ਦੀ ਫੀਸ ਭਰੀ ਹੈ, ਅਗਲੇ 6 ਮਹੀਨੇ ਦੀ ਫੀਸ, ਸੋ ਤੁਹਾਨੂੰ ਫੰਡ ਸ਼ੋਅ ਕਰਨਾ ਪੈਂਦਾ। ਫੰਡ ਦੇ ਵੀ ਬੜੇ ਤਰੀਕੇ ਆ ਜੀ। ਕਈ ਵਾਰੀ ਕੀ ਕਰਦੇ, ਕੋਈ ਸਮਾਲ ਫਾਈਨੈਂਸ ਬੈਂਕ ਦੀ ਲਾ ਲੈਂਦੇ ਆ ਜਾਂ ਗ੍ਰਾਮੀਣ ਬੈਂਕ ਲਾ ਲੈਂਦੇ ਆ। ਸੋ ਐਕਸੈਪਟੇਬਲ ਨਹੀਂ ਹੈਗੇ। ਪਹਿਲਾਂ ਤਾਂ ਇਹ ਕਿ ਏਜੰਟਸ ਨੂੰ ਖੁਦ ਸਮਝਣਾ ਪੈਣਾ ਫੰਡ ਲੱਗਣੇ ਕਿੰਨੇ ਆ। ਮਿਥ ਬਣਾ ਲਈ ਹੈ ਕਿ +2 ਵਾਲਾ ਬੱਚਾ 25 ਲੱਖ, ਗ੍ਰੈਜੂਏਟ ਹੈ 35 ਲੱਖ ਫਿਕਸ ਕਰ ਦਿੱਤੇ। ਹਾਂ, ਸਪਾਊਸ ਕੇਸ ਹੈ 45 ਲੱਖ। ਜਾਂ ਕਈ ਵਾਰੀ ਕਹਿੰਦਾ ਕਿ ਬੱਚੇ ਨੇ ਸਾਲ ਦੀ ਫੀਸ ਭਰ ਲਈ ਹੈ, ਉਹ ਕੀ ਕਰੋ ਜੀ 8 ਲੱਖ ਸ਼ੋਅ ਕਰ ਦਿਓ, 10 ਲੱਖ ਸ਼ੋਅ ਕਰ ਦਿਓ। ਉਹਨਾਂ ਨੂੰ ਖੁਦ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਕਿ ਫੰਡ ਹੋਣੇ ਕਿੰਨੇ ਆ। ਸ਼ੋਅ ਹਰ ਇੱਕ ਪ੍ਰੋਫਾਈਲ ਦੇ ਵਿੱਚ, ਹਰ ਇੱਕ ਫੀਸ ਦੇ ਨਾਲ, ਹਰ ਇੱਕ ਏਰੀਏ ਦੇ ਅਕੋਰਡਿੰਗ ਲਿਵਿੰਗ ਐਕਸਪੈਂਸਿਸ ਪਲੱਸ ਰੈਸਟ ਫੀਸ ਨੂੰ ਕੈਲਕੂਲੇਟ ਕਰਕੇ ਮਿਸਲੀਨੀਅਸ ਪਾ ਕੇ ਉਹਦੀ ਕੈਲਕੂਲੇਸ਼ਨ ਜਿਹੜੀ ਹੈ ਡਾਲਰ ਨਾਲ ਮਲਟੀਪਲਾਈ ਕਰਕੇ ਉਹ ਜਿਹੜੇ ਫੰਡ ਸ਼ੋਅ ਹੁੰਦੇ ਆ।
ਸੋ ਇਹ ਜਿਹੜਾ ਮੇਜਰ ਇੰਪੈਕਟ ਰਹਿੰਦਾ ਆਸਟ੍ਰੇਲੀਅਨ ਐਜੂਕੇਸ਼ਨ ਦਾ, ਕਿਉਂਕਿ ਜਦੋਂ ਜੀਟੀ ਤੁਹਾਡੀ ਅਪਰੂਵ ਹੋ ਗਈ, ਡਾਕੂਮੈਂਟੇਸ਼ਨ ਵੈਰੀਫਾਈ ਹੋ ਗਿਆ, ਐਜੂਕੇਸ਼ਨਲਸ ਓਕੇ ਹੋ ਗਏ, ਉਸ ਤੋਂ ਬਾਅਦ ਤੁਸੀਂ ਫੀਸ ਟ੍ਰਾਂਸਫਰ ਕਰੋ, ਤੁਹਾਨੂੰ ਯੂਨੀਵਰਸਿਟੀ ਕੰਫਰਮੇਸ਼ਨ ਆਫ ਇਨਰੋਲਮੈਂਟ ਦਿੰਦੀ ਹੈ, ਜਿਹਨੂੰ ਸੀਓਈ ਲੈਟਰ ਬੋਲਦੇ ਹੋ। ਦੈਟ ਮੀਨਸ ਉਹਨਾਂ ਦੀ ਕੰਫਰਮੇਸ਼ਨ ਹੈ ਐਜੂਕੇਸ਼ਨਲਸ, ਫਾਈਨੈਂਸ਼ੀਅਲਸ, ਇਨਕਮ, ਫੀਸਿਸ ਸਾਡੇ ਵੱਲੋਂ ਓਕੇ ਹੈ। ਹੁਣ ਬੱਚਾ ਆਪਣੀ ਫਾਈਲ ਪੁੱਟ ਕਰ ਸਕਦਾ, ਦੈਨ ਇੰਸ਼ੋਰੈਂਸ ਕਰਕੇ ਐਪਲੀਕੇਸ਼ਨ ਨੂੰ ਸਬਮਿਟ ਕਰੇ। ਸਬਮਿਸ਼ਨ ਦੇ ਵਿੱਚ ਜਿਹੜੀ ਹੈ ਬੜੇ ਤਰੀਕੇ ਨਾਲ ਐਪਲੀਕੇਸ਼ਨ ਹੁੰਦੀ ਹੈ, ਤੁਹਾਡੀ ਚੰਗੀ ਇੱਕ ਐਸਓਪੀ ਟਰਾਈ ਅਸੀਂ ਇਹੀ ਕਰਦੇ ਹਾਂ ਕਿ 4 to 500 ਵਰਡਸ ਦੀ ਇੱਕ ਐਸਓਪੀ ਹੋਵੇ, ਜਿਹਦੇ ਵਿੱਚ ਬਰੀਫ ਕੀਤਾ ਜਾਏ ਕਿ ਮੈਂ ਆਸਟ੍ਰੇਲੀਆ ਕਿਉਂ ਜਾਣਾ, ਇਸ ਕੋਰਸ 'ਚ ਕਿਉਂ ਪੜ੍ਹਨਾ, ਇਹ ਕੋਰਸ ਦੇ ਮੈਨੂੰ ਫਾਇਦੇ ਕੀ ਹੋਗੇ, ਮੇਰਾ ਫਿਊਚਰ ਕਿੱਥੇ ਹੈ ਜੀ, ਔਰ ਉਸ ਕੋਰਸ ਦੀ ਪ੍ਰੋਗਰੈਸ਼ਨ ਹੈ ਜਾਂ ਨਹੀਂ ਹੈ। ਸਮ ਟਾਈਮ ਹੁੰਦਾ ਕਿ ਡਬਲ ਮਾਸਟਰਸ ਵਾਲੇ ਐਪਲੀਕੇਸ਼ਨਸ ਵੀ ਆਉਂਦੀਆਂ, ਦੈਨ ਉਹ ਕਹਿੰਦੇ ਸਰ ਇਹਦੀ ਐਪਲੀਕੇਸ਼ਨ ਨੂੰ ਅਸੀਂ ਪ੍ਰੋਸੈਸ ਕਰਦੇ ਕਿ ਵੀਜ਼ਾ ਲੱਗ ਜਾਊਗਾ। ਬੜੇ ਏਜੰਟਾਂ ਨੇ ਕਿਹਾ ਅਗੇਨ ਮਾਸਟਰ ਤੇ ਵੀਜ਼ਾ ਨਹੀਂ ਲੱਗਦਾ। ਸੋ ਕੁਝ ਟ੍ਰਿਕੀ ਚੀਜ਼ਾਂ ਤੇ ਕੁਝ ਐਕਸਪੀਰੀਅੰਸ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸਣੀਆਂ ਪੈਣਗੀਆਂ, ਦੈਨ ਉਹਦੇ ਬਿਹਾਫ ਤੇ ਵੀਜ਼ਾਸ ਗ੍ਰਾਂਟ ਹੁੰਦੇ ਆ ਜੀ। ਸੋ ਇਹ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਹੈ ਜਿਹਦੇ ਬਿਹਾਫ ਤੇ ਵੀਜ਼ਾਸ ਗ੍ਰਾਂਟ ਹੁੰਦੇ ਤੇ ਜਿਹਦੇ ਤਰੀਕੇ ਦੇ ਨਾਲ ਐਪਲੀਕੇਸ਼ਨ ਨੂੰ ਪ੍ਰੋਸੈਸਿੰਗ ਚੱਲਦੀ ਹੈ ਜੀ। ਬਿਲਕੁਲ, ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਪੂਰਾ ਸਿਲਸਿਲੇਵਾਰ ਜੋ ਹੈ ਤੁਹਾਨੂੰ ਸਮਝਾਇਆ ਰਿੱਕੀ ਜੀ ਨੇ ਕਿ ਕੀ ਆਸਟ੍ਰੇਲੀਆ ਦੇ ਪ੍ਰੋਸੈਸ ਔਰ ਖਾਸ ਤੌਰ ਤੇ ਉਹ ਪੁਆਇੰਟ ਤੁਹਾਨੂੰ ਦੱਸੇ ਗਏ ਨੇ ਕਿ ਜਿੱਥੇ ਗਲਤੀਆਂ ਹੋ ਜਾਂਦੀਆਂ ਨੇ, ਜਿਸ ਕਰਕੇ ਰਿਫਿਊਜ਼ਲ ਆ ਜਾਂਦੀ ਹੈ, ਤੁਸੀਂ ਇਹ ਗਲਤੀਆਂ ਨਾ ਕਰੋ। ਤਾਂ ਇਸ ਕਰਕੇ ਇਹਨਾਂ ਸਭ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਜਿਸ ਵੀ ਕੰਸਲਟੈਂਟ ਕੋਲ ਤੁਸੀਂ ਆਪਣੀ ਫਾਈਲ ਲਗਾਈ ਹੈ ਉਸ ਨੂੰ ਵੀ ਤੁਸੀਂ ਇਹ ਸਵਾਲ ਜ਼ਰੂਰ ਕਰੋ ਕਿ ਕਿਤੇ ਸਾਡੇ ਕਿਸੇ ਵੀ ਪੁਆਇੰਟ ਤੇ ਫਾਈਨੈਂਸ਼ੀਅਲਸ ਨੂੰ ਲੈ ਕੇ, ਫੰਡਸ ਨੂੰ ਲੈ ਕੇ ਕੋਈ ਗਲਤੀ ਤਾਂ ਨਹੀਂ ਹੈ, ਤਾਂ ਤੁਸੀਂ ਕ੍ਰਾਸ ਚੈੱਕ ਜ਼ਰੂਰ ਕਰ ਸਕਦੇ ਹੋ। ਬਾਕੀ ਤੁਹਾਡਾ ਆਪਣਾ ਕੋਈ ਸਵਾਲ ਹੈ, ਇਸ ਨੰਬਰ ਤੇ ਕਾਲ ਜ਼ਰੂਰ ਕਰ ਸਕਦੇ ਹੋ। ਓਮ ਗਲੋਬਲ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਸਲਾਹ ਦੇ ਉੱਪਰ ਚੱਲਦੇ ਹੋਏ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਇੱਕ ਕਲੈਰਿਟੀ ਹੋਰ ਦਿਓ ਜੀ, ਜਿਹੜਾ ਆਸਟ੍ਰੇਲੀਆ ਨੂੰ ਲੈ ਕੇ ਹੈ ਕਿ ਪੰਜਾਬ ਐਂਡ ਹਰਿਆਣਾ ਦਾ ਸਟੂਡੈਂਟਸ ਬੈਨ ਕਰ ਦਿੱਤਾ ਗਿਆ, ਸਟੇਟ ਬੋਰਡਸ ਨੂੰ ਨਹੀਂ ਲਿਆ ਜਾ ਰਿਹਾ, ਇਹ ਕੀ ਸੱਚਾਈ ਹੈ? ਕਿ ਹੁਣ ਜਿਹੜੇ ਇਨਟੇਕਸ ਵਿੱਚ ਅਪਲਾਈ ਕੀਤਾ ਜਾਣਾ ਨਵੰਬਰ, ਉੱਥੇ ਵੀ ਇਹ ਸਟ੍ਰਿਕਨੈਸ ਰਹਿਣ ਵਾਲੀ ਹੈ? ਪੂਰਾ ਮੈਂ ਚਾਹੂੰਗੀ ਕਿ ਇਸਦਾ ਸਾਰੀ ਕਲੈਰਿਟੀ ਆਪਾਂ ਸਟੂਡੈਂਟਸ ਨੂੰ ਦਈਏ ਤਾਂ ਕਿ ਉਹ ਬਿਨਾਂ ਡਰ ਦੇ ਸਹੀ ਚੀਜ਼ਾਂ ਦੇ ਉੱਪਰ ਚੱਲਦੇ ਹੋਏ ਅਪਲਾਈ ਕਰ ਸਕਣ। ਥੋੜੇ ਇਅਰਸ ਬੈਕ ਅਗਰ ਜਾਂਦੇ ਆ, ਹਰ ਇੱਕ ਕੰਟਰੀ ਦੇ ਵਿੱਚ ਹੁੰਦਾ ਸੀ ਕਿ ਤੁਹਾਨੂੰ ਅਗਰ ਲੋਕ ਚਾਹੀਦੇ ਆ ਇੰਡੀਆ ਤੋਂ ਬੁਲਾਓ। ਇੱਕ ਤਾਂ ਇੰਟੈਲੀਜੈਂਟ ਹੈ, ਦੂਜੀ ਚੀਜ਼ ਉਹ ਮਿਹਨਤੀ ਹੈ। ਗੂਗਲ ਦੀ ਗੱਲ ਕਰਦੇ ਆ, ਮਾਈਕਰੋਸਾਫਟ ਦੀ ਗੱਲ ਕਰਦੇ ਆ, ਫੇਸਬੁੱਕ ਦੀ ਗੱਲ ਕਰਦੇ ਹੋ, ਬੜੇ ਚੰਗੇ ਜਿਹੜੇ ਨਾਮ ਹੈ ਉਹ ਇੰਡੀਅਨਸ ਹੈ ਜੀ, ਜਿਹੜੀ ਚੰਗੀ ਡੈਜ਼ਿਗਨੇਸ਼ਨ ਦੇ ਉੱਪਰ ਹੈ, ਜਿਹੜਾ ਸਾਰਾ ਕਾਰੋਬਾਰ ਸੰਭਾਲਦੇ ਆ, ਜਿਹੜੇ ਮੇਨ ਕਰਤਾ ਧਰਤਾ ਉਹ ਇੰਡੀਅਨਸ ਹੈ। ਸੋ ਇੰਡੀਅਨਸ ਦੀ ਪਹਿਲਾਂ ਪ੍ਰੈਫਰੈਂਸ ਹੁੰਦੀ ਸੀ ਜੀ, ਬਟ ਹੁਣ ਦੇ ਦੌਰ ਦੀ ਗੱਲ ਕਰੀਏ ਸਿਰਫ 2 ਸਟੇਟਾਂ ਕਰਕੇ ਇੰਡੀਆ ਵੀ ਉਸ ਚੀਜ਼ ਦੇ ਵਿੱਚ ਆਇਆ ਜੀ। ਥੋੜੇ ਸਾਲ ਬੈਕ ਦੀ ਗੱਲ ਕਰੀਏ, ਇੰਡੀਆ ਅਸੈਸਮੈਂਟ ਲੈਵਲ 2 ਦੇ ਵਿੱਚ ਸੀ, ਜੋ ਕੰਟਰੀ ਲੈਵਲ ਦੇ ਅਕੋਰਡਿੰਗ ਦੇਖਿਆ ਜਾਵੇ, ਬਟ ਡਾਕੂਮੈਂਟ ਮੈਨੀਪੂਲੇਸ਼ਨ ਹੋਈ। ਅੱਜ ਬੱਚੇ ਨੂੰ ਪਤਾ ਕਿ ਮੈਂ ਬਾਹਰ ਜਾਣਾ ਹੈ ਜੀ, ਫਾਈਲ ਸਬਮਿਸ਼ਨ ਕੀਤੀ, ਏਜੰਟ ਨੇ ਕਿਹਾ ਜੀ ਤੇਰੇ ਨਾਲ ਪੈਕੇਜ ਕਰੂੰਗਾ, ਤੇਰੀ ਆਇਲਸ ਵੀ ਮੇਰੀ, ਤੇਰੀ ਐਜੂਕੇਸ਼ਨ ਵੀ ਮੇਰੇ, ਸਾਰਾ ਕੁਝ ਮੈਂ ਬਣਾ ਕੇ ਲਵਾਂਗਾ, ਤੇ ਕੋ 25-30 ਲੱਖ ਰੁਪਏ ਲਵਾਂਗਾ ਵੀਜ਼ਾ ਲੱਗਣ ਤੋਂ ਬਾਅਦ। ਡਾਕੂਮੈਂਟੇਸ਼ਨ ਫੇਕ ਲੱਗੀ, ਕਿਸੇ ਤਰੀਕੇ ਨਾਲ ਨਿਕਲ ਗਿਆ ਬੱਚਾ, ਨਿਕਲ ਗਿਆ, ਨਹੀਂ ਤੇ ਨਹੀਂ ਨਿਕਲਿਆ। ਹੁਣ 600 ਪਲੱਸ ਬੱਚਾ ਜਿਹੜਾ ਫੜਿਆ ਗਿਆ ਜੀ, ਇਸੇ ਕਰਕੇ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਜੀ। ਸੋ ਉਹ ਚੀਜ਼ਾਂ ਨੂੰ ਵੈਰੀਫਾਈ ਕੀਤਾ, ਐਮਬੈਸੀ ਤਾਂ ਕਰਦੀ ਸੀ, ਉਹਨਾਂ ਨੇ ਕ੍ਰਾਈਟੇਰੀਆ ਨੂੰ ਰੀਜਨਰੇਟ ਕੀਤਾ ਦੁਬਾਰਾ ਇੱਕ ਵਾਰ ਕਿ ਯੂਨੀਵਰਸਿਟੀ ਪਹਿਲਾਂ ਆਪਣੇ ਲੈਵਲ ਤੇ ਕਰੇ, ਮੇਰੇ ਤੱਕ ਬੱਚਾ ਪਹੁੰਚੇ ਹੀ ਨਾ। ਕਾਫੀ ਬੱਚੇ ਹੈ ਜੀਟੀ ਦੇ ਟਾਈਮ ਤੇ ਹੀ ਡਿਕਲਾਈਨ ਹੋ ਜਾਂਦੇ ਆ, ਜਾਂ ਜਦੋਂ ਯੂਨੀਵਰਸਿਟੀ ਦੀ ਐਕਸੈਪਟੈਂਸ ਦੀ ਗੱਲ ਕਰਦੇ ਆ ਜਾਂ ਫਿਰ ਯੂਨੀਵਰਸਿਟੀ ਦੀ ਗੱਲ ਕਰਦੇ ਆ ਕਿ ਆਫਰ ਪ੍ਰੋਸੈਸ ਕਰਨੀ ਹੈ, ਸਮ ਟਾਈਮ ਹੈ ਕਿ ਵੈਰੀਫਿਕੇਸ਼ਨ ਲਿੰਕ ਮੰਗ ਲੈਂਦੀ ਹੈ, ਠੀਕ ਹੈ। ਸੋ ਜਦੋਂ ਵੈਰੀਫਾਈ ਕਰਦੇ ਬੱਚਾ ਵੈਰੀਫਾਈ ਨਹੀਂ ਹੁੰਦਾ, ਉਸੇ ਟਾਈਮ ਤੇ ਮਨਾ ਹੋ ਜਾਂਦਾ। ਜਦੋਂ ਜੀਟੀ ਦੀ ਗੱਲ ਕਰਦੇ ਆ ਆਪਾਂ, ਜੀਟੀ ਡਾਕੂਮੈਂਟੇਸ਼ਨ ਤੇ ਵੀ ਆਉਂਦੇ ਆ, ਜਾਂ ਇਨਕਮ ਪ੍ਰੂਫ ਤੇ ਵੀ ਗੱਲ ਕਰਦੇ ਆ, ਡਾਕੂਮੈਂਟੇਸ਼ਨ ਨਹੀਂ ਵੈਰੀਫਾਈ ਹੁੰਦੇ। ਸੋ ਮੈਂ ਜੋ ਆਲਰੇਡੀ ਦੱਸ ਚੁੱਕਾ, ਜਾਂ ਤਾਂ ਗਵਰਨਮੈਂਟ ਡਾਕੂਮੈਂਟ ਐਕਸੈਪਟੇਬਲ ਹੈਗਾ, ਜਾਂ ਜਿਹੜਾ ਆਨਲਾਈਨ ਵੈਰੀਫਾਈ ਹੁੰਦਾ, ਦੈਟ ਮੀਨਸ ਜਿਹੜਾ ਡਾਕੂਮੈਂਟ ਜੈਨੂਅਨ ਹੈ ਉਹ ਐਕਸੈਪਟੇਬਲ ਹੋਏਗਾ। ਸੋ ਜਿੰਨੀਆਂ ਐਪਲੀਕੇਸ਼ਨਸ ਪ੍ਰੋਸੈਸ ਹੋਈਆਂ ਉਹਦੇ ਵਿੱਚ ਕੀ ਹੈ ਕਿ ਲੋਕ ਫੜੇ ਵੀ ਗਏ। ਜਿਹੜੇ ਐਪਲੀਕੈਂਟਸ ਐਸੇ ਨੇ ਕਿ ਜਿਨ੍ਹਾਂ ਦੇ ਡਾਕੂਮੈਂਟੇਸ਼ਨ ਜੈਨੂਅਨ ਆ, ਉਹਨਾਂ ਨੂੰ ਕੋਈ ਡਰ ਦੀ ਲੋੜ ਨਹੀਂ। ਅੱਜ ਵੀ ਹਜ਼ਾਰਾਂ ਦੀ ਤਾਦਾਦ ਨਾਲ ਵੀਜ਼ਾਸ ਗ੍ਰਾਂਟ ਹੋ ਰਹੇ। ਜਦੋਂ ਦੇ ਬਾਰਡਰਸ ਰੀਓਪਨ ਹੋਏ ਆ, ਆਸਟ੍ਰੇਲੀਆ ਨੇ ਸਟਿਲ ਵੈਲਕਮ ਕੀਤਾ, ਈਵਨ ਪੂਰੇ ਵਰਲਡ ਨੂੰ, ਈਵਨ ਇੰਡੀਆ ਇੰਕਲੂਡਿਡ। ਸੋ ਇਹਦੇ ਵਿੱਚ ਡਰ ਦੀ ਕੋਈ ਗੱਲ ਨਹੀਂ ਹੈਗੀ। ਕੈਪਿੰਗ ਦੀ ਗੱਲ ਕਰੀਏ, ਵਰਕਿੰਗ ਆਵਰਸ ਦੀ, ਜਿੱਥੇ ਹਰ ਇੱਕ ਕੰਟਰੀ 4 ਘੰਟੇ ਰੋਜ਼ ਦੇ 20 ਆਵਰਸ ਦਿੰਦੇ, ਆਸਟ੍ਰੇਲੀਆ ਨੇ ਕੈਪਿੰਗ ਖਤਮ ਕੀਤੀ। 3 ਸਾਲ ਦੇ ਵਰਕਿੰਗ ਐਕਸਪੀਰੀਅੰਸ ਨੂੰ 6 ਸਾਲ ਕੀਤਾ, 2 ਸਾਲ ਵੱਲ ਨੂੰ 4 ਸਾਲ ਕੀਤਾ। ਸਟਿਲ ਦੈਟ ਮੀਨਸ ਆਸਟ੍ਰੇਲੀਆ ਵੀ ਚਾਹੁੰਦਾ ਕਿ ਮੇਰੇ ਕੋਲ ਇੰਟਰਨੈਸ਼ਨਲ ਮਾਈਗ੍ਰੈਂਟਸ ਆਣ, ਬਟ ਉਹ ਆਣ ਜਿਹੜੇ ਜੈਨੂਅਨ ਹੈ। ਸੋ ਜੈਨੂਅਨ ਡਾਕੂਮੈਂਟੇਸ਼ਨ ਨਾਲ ਜਿਹੜੇ ਵੀ ਬੱਚੇ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨਾ ਚਾਹੁੰਦੇ, ਉਹਨਾਂ ਲਈ ਕੋਈ ਡਰ ਨਹੀਂ ਹੈ। ਗੋ ਅਹੈਡ, ਬੜੇ ਵਧੀਆ ਤਰੀਕੇ ਨਾਲ ਐਪਲੀਕੇਸ਼ਨ ਕਰਕੇ ਤੁਸੀਂ ਵੀਜ਼ਾਸ ਗ੍ਰਾਂਟ ਕਰਾ ਸਕਦੇ ਹੋ। ਕਰੋ ਬਹੁਤ ਬਹੁਤ ਥੈਂਕਸ ਤੁਹਾਡਾ, ਤੁਸੀਂ ਕੈਨੇਡਾ ਔਰ ਆਸਟ੍ਰੇਲੀਆ ਬਾਰੇ ਡਿਟੇਲ ਵਿੱਚ ਸਾਰਾ ਕੁਝ ਸਮਝਾਇਆ। ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।